ਵਿਚਾਰ ਕਰੀਏ ਆਪਾਂ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਰਖੀ ਸਾਹਿਬ ਵੈਰੀ ਸੌਰੀ। ਨਹੀਂ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਰਖੀ ਜੀ ਆਪਾਂ ਅੱਜ 1378 ਅੰਗ ਦੇ ਉੱਤੇ ਹੈਗੇ ਆ। ਫਰੀਦ ਜੀ ਦੇ ਸ਼ਲੋਕ ਲੈ ਰਹੇ ਹਾਂ ਔਰ 8ਵਾਂ ਸ਼ਲੋਕ ਲੈ ਰਹੇ ਹਾਂ ਆਪਾਂ। ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਮਰਗ ਸਵਾਈ ਨੀਹ ਜਾਂ ਭਰਿਆ ਤਾਂ ਲੱਦਿਆ। ਕਹਿੰਦੇ ਹੇ ਮੇਰੇ ਮਨਾ ਤੂੰ ਕਰ ਕੀ ਰਿਹਾ ਆ। ਜਦ ਤੈਨੂੰ ਨਾਮ ਧਨ ਖੱਟੀ ਕਰਨੀ ਸੀ, ਜਦ ਤੂੰ ਚੜ੍ਹਾਈ ਕਰਨੀ ਸੀ ਔਗਟ ਘਾਟੀ, ਜਦ ਤੇਰੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇਰਾ ਸਰੀਰ ਜਿਹੜਾ ਹੈਗਾ ਬਿਲਕੁਲ ਤੰਦਰੁਸਤ ਸੀਗਾ, ਤਾਂ ਤੂੰ ਸਵਾਦ ਲੈਂਦਾ ਰਹਿ ਗਿਆ ਦੁਨੀਆ ਦੇ ਚਸਕੇ, ਦੁਨੀਆ ਦੇ ਪਦਾਰਥ ਭੋਗਦਾ ਰਹਿ ਗਿਆ। ਤਾਂ ਦੁਨੀਆ ਦੇ ਮੋਹ ਮਾਇਆ ਜਿਹੜਾ ਜੋ ਜਾਲ ਪਾਇਆ ਆ ਇਹ ਤੰਦਾਂ ਦੇ ਵਿੱਚ, ਹੋਰ ਜਿਹੜਾ ਹੈਗਾ ਗਲ ਨੂੰ ਜਿਹੜਾ ਹੈਗਾ ਤੂੰ ਫੰਦੇ ਪਾਉਂਦਾ ਰਹਿ ਗਿਆ ਮਾਇਆ ਦੇ ਮੋਹ ਦੇ। ਜਾਂ ਤਾਂ ਖੱਟਣ ਵੇਲ, ਜਦ ਤੈਨੂੰ ਖੱਟਣ ਦਾ ਸਮਾਂ ਸੀਗਾ, ਹੁਣ ਆ ਖੱਟਣ ਦਾ ਸਮਾਂ ਹੈ ਪਿਆਰਿਓ ਆਪਣੇ ਕੋਲ। ਤਾਂ ਤੂੰ ਰੱਤਾ ਦੁਨੀ ਸਿਉ, ਤਾਂ ਤੂੰ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਖੁੱਭਿਆ ਪਿਆ ਆ। ਬਸ ਜਿੰਨੇ ਆਪਾਂ ਦੁਨੀਆ 'ਚ ਖੁੱਭੇ ਹੋਏ ਆ, ਜਿੰਨੇ ਆਪਾਂ ਸਵਾਦਾਂ ਦੇ ਵਿੱਚ, ਦੁਨੀਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ ਖੁੱਭੇ ਆ, ਉਹ ਹੀ ਕਹਿੰਦਾ ਨਿਰਾਕਾਰ ਕਹਿੰਦਾ ਮੇਰੇ ਵੱਲ ਆ ਜਾ ਪਿਆਰਿਆ। ਓਨਾ ਕੁ ਮੈਨੂੰ ਦੇ ਦੇ, ਬਸ ਮੈਨੂੰ ਓਨਾ ਕੀ ਦੇ ਦੇ, ਮੈਂ ਨਹੀਂ ਜ਼ਿਆਦਾ ਮੰਗਦਾ। ਦੇਖ ਤੂੰ ਦੁਨੀਆ ਦੇ ਵਿੱਚ ਜਿਹੜਾ ਹੈਗਾ ਜਿੰਨਾ ਤੇਰੇ ਅੰਦਰ, ਤੇਰੇ ਹਿਰਦੇ ਦੇ ਵਿੱਚ, ਤੇਰੇ ਮਨ ਦੇ ਵਿੱਚ ਦੁਨੀਆ ਦੀ ਖਿੱਚ ਹੈਗੀ ਨਾ, ਬਸ ਤੂੰ ਮੇਰੇ ਵੱਲ ਓਨੀ ਕੀ ਖਿੱਚ ਲਾ ਦੇ। ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ, ਕੋਈ ਭਗਤੀ ਨਹੀਂ, ਕੁਛ ਨਹੀਂ, ਬਸ ਮੈਨੂੰ ਓਨਾ ਪਿਆਰ ਕਰ ਲਾ ਬਸ। ਫਰੀਦਾ ਜਾਂ ਤੂੰ ਰੱਤਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਫਿਰ ਤੂੰ ਕਰ ਕੀ ਰਿਹਾ ਆ, ਇਹਦੇ ਨਾਲ ਕੀ ਹੋ ਰਿਹਾ ਆ। ਮਰਗ ਸਵਾਈ ਨੀ, ਵਾਓ ਪਿਆਰਿਆ ਤੂੰ ਆਤਮਿਕ ਮੌਤ ਦੀ ਨੀਂਹ ਜਿਹੜੀ ਹੈਗੀ ਰੋਜ਼ ਪੱਕੀ ਕਰਦਾ ਹੈ। ਰੋਜ਼ ਉਹਦੇ ਵਿੱਚ ਸੀਮੈਂਟ ਬਜਰੀ ਜਿਹੜਾ ਹੈਗਾ ਚੂਨਾ ਰੋਜ਼ ਪਾਈ ਜਾ ਰਿਹਾ ਹੈ ਉਹ ਨੀਮ ਦੇ ਵਿੱਚ। ਮਰਗ ਸਵਾਈ ਕਹਿੰਦੇ ਸਵਾਈ ਕਰੀ ਜਾ ਰਹੇ ਆ। ਨੀਂਹ ਆਪਣੀ ਨੀਂਹ ਜਿਹੜੀ ਹੈਗੀ ਮੌਤ ਦੀ, ਆਤਮਿਕ ਮੌਤ ਦੀ, ਆ ਮਨੁੱਖੀ ਜੂਨ ਜਿਹੜੀ ਹੈਗੀ ਖਤਮ ਕਰਨ ਦੀ ਨੀਂਹ ਜਿਹੜੀ ਹੈਗੀ ਰੋਜ਼ ਤੂੰ ਪੱਕੀ ਕਰ ਰਿਹਾ ਆ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਬਸ ਤੇਰੇ ਸਵਾਸ ਭਰ ਗਏ, ਖਤਮ ਹੋ ਗਏ, ਤੇ ਤੈਨੂੰ ਤੋਰ ਲੈਣਾ ਅਗਲੇ ਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਫਰੀਦ ਜੀ ਕੀ ਸਮਝਾ ਰਹੇ ਨੇ, ਕਹਿੰਦੇ ਜਾਂ ਜਾਂ ਤੂੰ ਖੱਟਣ ਵੇਲ, ਜਾਂ ਤਾਂ ਉਹ ਖੱਟਣ ਵੇਲ, ਜਦ ਤੇਰੇ ਕੋਲ ਖੱਟਣ ਦਾ ਟਾਈਮ ਹੈਗਾ ਤਾਂ ਤੂੰ ਰੱਤਾ ਦੁਨੀ ਸਿਉ। ਹਾਂਜੀ ਵੀਰ ਜੀ। ਹਾਂ, ਤੇ ਜਦੋਂ ਸਾਡੇ ਕੋਲ ਹੁਣ ਟਾਈਮ ਹੈਗਾ, ਹਾਂ ਬਿਲਕੁਲ, ਤੇ ਇਹੋ ਹੀ ਖੱਟਣ ਦਾ ਵੇਲ ਹੈ, ਹੋਰ ਇਹੋ ਕਹਿ ਸਕਦੇ ਹਾਂ ਆਪਾਂ। ਕਿਉਂਕਿ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਤੇ ਇੱਧਰ ਲਾਉਣਾ ਪੈਣਾ, ਕਿਉਂਕਿ ਪ੍ਰਮਾਤਮਾ ਨੂੰ ਜਾਣਨ ਦਾ ਇੱਕੋ ਹੀ ਤਰੀਕਾ ਉਹ ਹੈ ਤੁਹਾਨੂੰ ਸਾਰੇ ਸੰਸਾਰ ਤੋਂ ਅਲੱਗ ਹੋ ਕੇ ਆਪਣੇ ਆਪ ਨਾਲ ਬਹਿਣਾ ਪੈਣਾ। ਕਿਉਂ? ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਚਾਂਸ ਨਹੀਂ ਹੈਗਾ, ਨਾ ਕੋਈ ਰਸਤਾ ਵਾ। ਆਪਣੀ ਤਾਂ ਯਾਤਰਾ ਹੈ ਗੋਰਖੀ ਸਾਹਿਬ, ਆਪਣੀ ਤਾਂ ਯਾਤਰਾ ਹੈਗੀ। ਔਰ ਜਦੋਂ ਤੁਸੀਂ ਆਪਣੇ ਐਂਡ ਤੱਕ ਪਹੁੰਚ ਗਏ ਨਾ, ਤੁਸੀਂ ਮਨ ਨੂੰ, ਚਿੱਤ ਨੂੰ, ਹਉਮੈ ਨੂੰ, ਵਿਚਾਰਾਂ ਨੂੰ ਸਾਰਿਆਂ ਨੂੰ ਪਿੱਛੇ ਕਰਤਾ, ਫਿਰ ਤੁਸੀਂ ਇੱਕ ਵੇਖੋਗੇ ਇੱਕ ਸ਼ੁੱਧ ਚੇਤਨਾ ਦੇ ਰੂਪ 'ਚ ਰਹਿ ਜਾਣਾ। ਠੀਕ ਹੈ, ਤੁਸੀਂ ਉੱਥੇ ਪਹੁੰਚੋਗੇ। ਹੁਣ ਜਦੋਂ ਉੱਥੇ ਪਹੁੰਚ ਗਏ ਉਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ। ਉਸ ਤੋਂ ਬਾਅਦ ਫਿਰ ਵੇਖ ਲਓ ਤੁਹਾਡੇ ਆਲੇ ਦੁਆਲੇ ਕੀ ਹੈ, ਉਹੀ ਜੋ ਪਰਮਾਤਮਾ। ਉੱਥੇ ਪਹੁੰਚਣ ਤੋਂ ਬਾਅਦ ਹੀ ਜੀਵਨ ਜਿਹੜਾ ਹੈ ਸਟਾਪ, ਫਿਰ ਅੱਗੇ ਨਹੀਂ। ਉੱਥੇ ਤੱਕ ਪਹੁੰਚਣਾ ਹੀ ਜੀਵਨ ਦਾ ਸਾਰਾ ਜੋ ਵੀ ਆਪਣਾ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਗਿਆਨ ਪ੍ਰਾਪਤ ਕਰ ਰਹੇ ਹਾਂ, ਇਹ ਤੇ ਕੇਵਲ ਆਪਣੇ ਬਾਹਰ ਹੀ ਜਿਹੜਾ ਜੀਵਨ ਆ ਅਸਤ ਵਿਅਸਤ ਹੋਇਆ ਉਹਨੂੰ ਸੈੱਟ ਕਰਨ ਦਾ ਟਾਈਮ ਹੈ। ਆਪਾਂ ਸੈੱਟ ਕਰ ਰਹੇ ਜਿੱਥੇ ਤੁਹਾਨੂੰ ਪਤਾ ਹਰ ਘਰ 'ਚ ਇਸ਼ੂ ਨੇ। ਹੁਣ ਘਰ 'ਚ ਤੁਹਾਡੇ
ਸਟ੍ਰੈਸ ਹੋਵੇ, ਤੁਸੀਂ ਮੈਨੇਜਮੈਂਟ ਨਹੀਂ ਬਰਾਬਰ ਕਰ ਪਾ ਰਹੇ, ਤੇ ਸਾਧਨਾ ਚ ਤੁਹਾਡਾ ਦਿਲ ਲੱਗਣਾ ਹੀ ਨਹੀਂ, ਕਿਉਂਕਿ ਉੱਥੇ ਤੁਹਾਡੇ ਘਰ ਤੇ ਰੌਲਾ ਪੈਣ ਦਿਆ ਪੂਰਾ। ਅੱਧੇ ਬੰਦੇ ਤੁਹਾਡੇ ਬਰਖਲਾਫ ਤੁਰੇ ਫਿਰਦੇ ਆ। ਔਰ ਫਿਰ ਤੁਸੀਂ ਉਸ ਮਨ ਦੇ ਨਾਲ ਜਦੋਂ ਧਿਆਨ ਸਿਮਰਨ ਚ ਬਹੋਗੇ, ਤੁਹਾਨੂੰ ਉਹਨਾਂ ਚੀਜ਼ਾਂ ਨੇ ਛੱਡਣਾ ਹੀ ਨਹੀਂ। ਇਸੇ ਕਰਕੇ ਤਾਣੇ ਬਾਣੇ ਆਪਾਂ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਬੰਦੇ ਛੇਤੀ ਸੁਲਝਾ ਲੈਂਦੇ ਨੇ, ਤੇ ਕਈ ਜਿਹੜਾ ਥੋੜੇ ਜਿਹੇ ਜਿੱਦੀ ਹੁੰਦੇ ਨੇ, ਉਹ ਸਾਰੀ ਜ਼ਿੰਦਗੀ ਇਸੇ ਝੰਜਟ ਚ ਆਪਣਾ ਜੀਵਨ ਬਰਬਾਦ ਕਰ ਲੈਂਦੇ। ਗੱਡੀ ਦਾ ਟਾਇਰ ਖਰਾਬ ਹੋਇਆ, ਪੈਂਚਰ ਲਾਇਆ, ਆਪਾਂ ਤੋਰੀ ਜਾਂਦੇ ਗੱਡੀ, ਤੇ ਜਿਹੜੇ ਗੱਡੀ ਨਹੀਂ ਤੋਰਦੇ ਉੱਥੇ ਬੈਠੇ ਰਹਿੰਦੇ ਆ ਕਿ ਤੂੰ ਪੈਂਚਰ ਲਾ, ਉਹ ਕਹਿੰਦਾ ਤੂੰ ਪੈਂਚਰ ਲਾ, ਤੇ ਤੁਰੇ ਰਹੋ। ਸਫ਼ਰ ਨਹੀਂ ਜੇ ਮੁੱਕਣਾ। ਸਫ਼ਰ ਤੇ ਉਦੋਂ ਮੁੱਕਣਾ ਜਦੋਂ ਆਪਾਂ ਉਧਰ ਗਤੀ ਕਰਦੇ ਹਾਂ। ਹੁਣ ਇਹ ਕਹਿੰਦੇ ਨੇ ਕਿ ਜਿੱਦਾਂ ਤੂੰ ਹਰ ਦਿਨ ਪੈਸੇ ਕਮਾਉਣ ਦੇ ਲਈ ਆਪਣਾ ਸਮਾਂ ਲਗਾਉਣਾ ਹੈ, ਇਹੋ ਹੀ ਤਰ੍ਹਾਂ ਤੈਨੂੰ ਆਪਣੇ ਜੀਵਨ ਦੇ ਵਿੱਚ ਉਸ ਸੱਚ ਨੂੰ ਜਾਣਨ ਦੇ ਲਈ ਟਾਈਮ ਲਗਾਉਣਾ ਪੈਣਾ। ਕਿਉਂਕਿ ਜੇ ਤੂੰ ਇੱਥੇ ਉਲਝਿਆ ਰਹੇਗਾ ਤਾਂ ਬਸ ਟਾਈਮ ਤੇ ਲੰਘ ਹੀ ਰਿਹਾ। ਟਾਈਮ ਤਾਂ ਕੁਛ ਵੀ ਨਹੀਂ, ਕਿਤੇ ਕਿੰਨਾ ਕੁ ਆ। ਸਾਡੇ ਲਾਗੇ ਕੱਲ ਇੱਕ ਬੰਦਾ, ਮੈਂ 2-3 ਦਿਨ ਹੋ ਗਏ, ਮੈਂ ਕੱਲ ਪਰਸੋਂ ਦਾ ਅਖੰਡ ਪਾਠ ਹੋ ਗਿਆ, ਤੇ ਉਹ ਕਹਿੰਦੇ ਹਾਰਟ ਅਟੈਕ ਹੋਇਆ। ਚੰਗਾ ਬੜਾ ਸੀ, ਭੱਲੂ ਮਰ ਗਿਆ। ਮੈਂ ਨਾਲ ਦੀ ਨੂੰ ਦੱਸਿਆ, ਤੇ ਮੈਂ ਕਿਹਾ ਗੁਰਵੀਰ ਮੈਨੂੰ ਪੱਕਾ ਨਹੀਂ ਪਤਾ, ਸ਼ਾਇਦ ਖਬਰ ਝੂਠੀ ਨਾ ਹੋਵੇ, ਤੇ ਉਹਨੇ ਕਨਫਰਮ ਕੀਤਾ, ਕਹਿੰਦੇ ਉਹਦਾ ਤਾਂ ਅਖੰਡ ਪਾਠ ਵੀ ਹੋ ਗਿਆ। ਸੋ ਇਹ ਸਮਾਂ ਗੋਰਖੀ ਸਾਹਿਬ ਦੇਖੋ, ਆ ਸ਼ੇਨ ਵਾਰਨ ਜਿਹੜਾ ਹੈਗਾ, ਜਿਹੜਾ ਸੈਕੰਡ ਨੰਬਰ ਹੈਗਾ ਕ੍ਰਿਕਟ ਦਾ, ਜਿਹੜਾ ਬੋਲਰ ਹੈਗਾ ਆਪਣੇ ਆਸਟ੍ਰੇਲੀਆ ਦਾ, 52 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਪਤਾ ਵੀ ਨਹੀਂ ਲੱਗਿਆ, ਘਰ 'ਚ ਮਰਿਆ ਹੋਇਆ ਪਾਇਆ। ਸਾਰੀ ਜ਼ਿੰਦਗੀ ਐਕਸਰਸਾਈਜ਼ ਦੀ ਹੀ ਰਿਹਾ ਉਹ। ਹਾਂ ਜਦੋਂ ਅੰਜਲ ਖਤਮ ਹੋ ਜਾਂਦਾ, ਅਸਲ 'ਚ ਮਸ਼ੀਨ ਬੰਦਾ ਪਤਾ ਨਹੀਂ, ਬੰਦੇ ਮੈਨੂੰ ਤਾਂ ਲੱਗਦਾ ਦਿਮਾਗ 'ਚ ਨੁਕਸ ਪੈ ਗਿਆ। ਆਪਣੇ ਪੱਲੇ ਕੋਈ ਜ਼ਿਆਦਾ ਕੁਛ ਨਹੀਂ ਹੈ। ਆਪਣੀ ਜਿਹੜੀ ਮਸ਼ੀਨ ਹੈ ਬਹੁਤ ਡੈਲੀਕੇਟਡ ਹੈ। ਇਹਦੀਆਂ ਤੁਸੀਂ ਦੇਖੋ, ਇਹਦੇ ਅੰਦਰ ਦੀ ਇੰਟਰਨਲ ਵਾਇਰਿੰਗ ਬਹੁਤ ਬਰੀਕ ਹੈ। ਕਿੱਦਾਂ ਦਿਲ ਉਸ ਸਿਸਟਮ ਨੂੰ ਚਲਾਉਂਦੇ ਆ, ਕੋਈ ਗਰੰਟੀ ਥੋੜੀ ਕਿ ਦਿਲ ਚਲਾਈ ਜਾਊਗਾ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਇਸ ਕਰਕੇ ਉਹ ਕਹਿੰਦੇ ਆ ਕਿ ਬਈ ਥੋੜਾ ਜਿਹਾ ਆਪਣਾ ਟਾਈਮ ਇੱਧਰ ਵੀ ਲਾਓ, ਬਸ। ਠੀਕ ਹੈ, ਇਹੋ ਉਹਨਾਂ ਦਾ ਮਤਲਬ ਹੈ। ਹਾਂਜੀ ਨਜਰ ਸਾਹਿਬ, ਅੱਗੇ ਚਲੀ। ਅੱਗੇ ਹਾਲੇ ਆਪਣੇ ਫਰੀਦ ਜੀ ਕੇ ਇਹ ਸੇਮ ਚੀਜ਼ ਨੂੰ ਹਾਲੇ ਅੱਗੇ ਵੀ ਡਿਸਕਸ ਕਰ ਰਹੇ। ਦੇਖ ਫਰੀਦਾ, ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਆਪਾਂ ਦੇਖ ਲਓ, ਜਦ ਪੈਦਾ ਹੋ ਗਏ ਆ ਨਾ ਆਪਾਂ, ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਅੱਗਾ ਨੇੜੇ ਆਈ ਜਾਣਾ ਹੈ, ਔਰ ਪਿੱਛਾ ਦੂਰ ਜਾਈ ਜਾਣਾ ਹੈ, ਪਾਸਟ ਦੂਰ ਜਾਣਾ ਹੈ, ਔਰ ਅੱਗੇ ਜਿਹੜਾ ਹੈਗਾ ਉਹ ਨੇੜੇ ਹੋਈ ਜਾਣਾ ਅੱਗੇ ਆਪਾਂ। ਬਸ टाइम बिल्कुल फिक्स है आपन। और जननी जानत सुत बड़ा होता है, इतना क ना जाने दिन के छिन छिन औद घटत है। कबीर जी कहते कि माँ जी बड़े आप देख लो बड़े बड़े बर्थडे फलाना टिमका सारा मना रहे हैं, ये नहीं पता कि आप जेडे है आप तो लास्ट दे विच जा रहे हैं। एक साल घट होया है, वधिया थोड़ी ना है, आप वध गए कहते जी बड़ा वध गया, ये तो घट गया। देख फरीदा जो थिया दाढ़ी होई भूर, कहते दाढ़ी जेड़ी है काले तो जड़ी हैगी चिट्टी हो गई, देख एकदम भूर हो गई, पूरी पूर एकदम वाइट हो गई। देख लो जिमें जेड़े हैगे अपने दरख्त जेड़े होंदे आ जेड़े घाह बूटियां उन्हां दे उत्ते किस तरह चिट्टा चिट्टा भूर भूरा भूरा हो जाता है, चिट्टे चिट्टे हो जाते हो। देख फरीदा जो थिया दाढ़ी होई भूर, अगों नेड़ा आया पिछा रहा दूर। कहते अगों बस नेड़े आई जा रहे हैं प्यारिया, समा तेरा थोड़ा हो ही जा रहा तो पेपर उही दा उही हैगा, ते आ मनुखी जून तेरी बहुत ही कीमती मिली हुई आ, ते तू जिहड़ा हैगा इनू बस उड़ा रहा है, बस बिल्कुल आपां इनू उड़ा रहे हैं ऐश दे विच। आही जीवन है, कहते आप कहने आही है जिंदगी, मौज लै लो बस, खाओ पियो करो आनंद, बस इत्थे ही हैगा। हाँ जी वीर जी। ਹੁਣ ਉਹ ਕਹਿ ਰਹੇ ਨੇ ਕਿ ਦੇਖ ਦੇਖ ਫਰੀਦਾ ਜੋ थी ਦਾੜੀ ਹੋਈ ਭੂਰ। ਹਾਂਜੀ, ਤੇ ਉਹ ਕਹਿੰਦੇ ਨੇ ਕਿ ਦੇਖੋ ਤੁਸੀਂ
ਤੁਹਾਡਾ ਜੀਵਨ ਜਿਹੜਾ ਹੈ ਉੱਥੇ ਨਜ਼ਰ ਮਾਰੋ। ਤੁਹਾਡਾ ਸਰੀਰ ਜਿਹੜਾ ਇੱਕ ਪਰਿਵਰਤਨਸ਼ੀਲ ਕਿਰਿਆ ਦੇ ਵਿੱਚੋਂ ਦੀ ਲੰਘ ਰਿਹਾ। ਹੁਣ ਤੁਸੀਂ ਉਦਾਂ ਦੇ ਨਹੀਂ ਜਿੱਦਾਂ ਦੇ ਪਹਿਲਾਂ ਸੀ। ਇੱਕ ਸਮਾਂ ਆਵੇਗਾ ਜਿਹੜਾ ਤੁਸੀਂ ਹੁਣ ਹੈਗੇ ਜੋ, ਤੁਸੀਂ ਇਹ ਵੀ ਨਹੀਂ ਰਹਿਣਾ। ਹੁਣ ਮੇਰਾ ਤੇ ਕੰਮ ਹੀ ਇਹੋ ਆ, ਖੂਬਸੂਰਤੀ ਨੂੰ ਬਰਕਰਾਰ ਰੱਖਣਾ। ਪਰ ਇੱਕ ਸਮਾਂ ਆਊਗਾ ਜੋ ਮਰਜ਼ੀ ਟੈਕਨੋਲੋਜੀ ਆ ਗਈ ਹੈ ਉਹ ਉੱਥੇ ਕੰਮ ਨਹੀਂ ਕਰੇਗੀ। ਸਤਿ ਸ੍ਰੀ ਅਕਾਲ ਹੋ ਗਈ, ਬਸ ਸੱਚ ਪ੍ਰਗਟ ਹੋ ਗਿਆ। ਹੁਣ ਸੱਚ ਜਿਹੜਾ ਪ੍ਰਗਟ ਤੇ ਹੋਣਾ ਹੀ ਹੋਣਾ ਵਾ। ਉਹ ਕਹਿੰਦੇ ਜਿੱਦਾਂ ਤੂੰ ਦੇਖ, ਜਿੱਥੋਂ ਤੂੰ ਤੁਰਿਆ ਸਾਂ ਵੇ ਕਿੰਨਾ ਤੂੰ ਤੁਰਿਆ ਜਾ ਰਿਹਾ, ਅੱਗੇ ਆ ਰਿਹਾ, ਤੇਰਾ ਅਗਲਾ ਨੇੜੇ ਆ ਰਿਹਾ ਹੈ। ਹਰ ਦਿਨ ਤੂੰ ਉਸ ਦਿਸ਼ਾ ਦੇ ਵੱਲ ਜਾ ਰਿਹਾ। ਔਰ ਇਹ ਗੱਲ ਤੈਨੂੰ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ। ਪਤਾ ਇਨਸਾਨ ਨੂੰ ਇੱਕ ਚੀਜ਼ ਬਿਲਕੁਲ ਯਾਦ ਨਹੀਂ ਹੈ, ਉਹਨੂੰ ਮੌਤ ਬਿਲਕੁਲ ਯਾਦ ਨਹੀਂ। ਕਿਸੇ ਨੂੰ ਵੀ ਪੁੱਛ ਲਓ, ਹਰ ਦਿਨ ਲੋਕ ਮਰਦੇ ਨੇ, ਬੰਦੇ ਮੜੀਆਂ ਥਾਣੀ ਲੰਘਦੇ ਨੇ। ਕਿਸੇ ਨੂੰ ਪੁੱਛੋ ਕਿ ਇੱਕ ਦਿਨ ਆਪਾਂ ਵੀ ਉੱਥੇ ਜਾਣਾ, ਉਹ ਕਹਿੰਦਾ ਨਹੀਂ ਅਜੇ ਕਿੱਥੇ ਜਾਣਾ। ਉਹ ਫਾਰ ਗਰੰਟੀ ਲੈ ਕੇ ਬੈਠਾ ਹੈ ਕਿ ਮੈਂ 70-80 ਸਾਲ ਦਾ, 90 ਸਾਲ ਦਾ, 100 ਸਾਲ ਦਾ ਹੋ ਕੇ ਸੰਸਾਰ ਤੋਂ ਜਾਊਂਗਾ। ਪਰ ਏਦਾਂ ਦੀ ਗਰੰਟੀ ਨਹੀਂ ਆ। ਪਹਿਲੇ ਵੀ ਬੰਦਾ ਜਾ ਸਕਦਾ, ਤੇ ਜਾ ਸਕਦਾ ਤੇ ਫਿਰ ਮਤਲਬ ਕੀ ਆ? ਬੰਦਾ ਇਹ ਕੋਸ਼ਿਸ਼ ਕਰਦਾ ਹੈ ਕਿ ਉਹਦੇ ਬੱਚਿਆਂ ਲਈ ਪੈਸੇ ਹੋਣ, ਉਹਦੇ ਲਈ ਘਰ-ਬਾਰ ਹੋਵੇ। ਦੇਖੋ ਮੋਹ, ਉਹਨਾਂ ਦੀ ਪੜ੍ਹਾਈ ਦੇ ਲਈ ਬੈਂਕ 'ਚ ਪੈਸੇ ਹੋਣ। ਆਪ ਘੱਟ ਖਰਚਾ ਕਰਦਾ। ਆ ਖਰਚੇ ਉਹ ਕਿਤੇ ਸੋਚਦਾ ਨਹੀਂ ਆ ਕਿ ਮੇਰਾ ਕੰਮ ਕੇਵਲ ਇਹ ਫਰਜ਼ ਨਿਭਾਉਣਾ ਨਹੀਂ ਆ, ਮੇਰਾ ਕੁਝ ਹੋਰ ਵੀ ਕੰਮ ਹੈ। ਮੇਰੀ ਦਾੜੀ ਤੇ ਚਿੱਟੀ ਹੋ ਚੱਲੀ ਹੈ ਔਰ ਮੈਂ ਇੱਧਰ ਕਦੋਂ ਚੱਲਣਾ ਹੈ? ਕਿਉਂਕਿ ਆਖਰ 'ਚ ਤੇਰੇ ਸਿਰ 'ਚ ਸਵਾਹ ਪੈਣੀ ਹੈ, ਇਹ ਪੱਕੀ ਪਊਗੀ, ਗਰੰਟੀ ਹੈ। ਕਿਸੇ ਨੂੰ ਨਹੀਂ ਜਸ ਮਿਲਿਆ। ਬੰਦਾ ਸੋਚਦਾ ਤਾਂ ਹੈ ਨਾ ਮੇਰੀ ਇੱਥੇ ਬੜੀ ਸ਼ੋਭਾ ਹੋਊਗੀ। ਹੁਣ ਮੈਂ ਉਦਣ ਵੇਖਿਆ ਇੱਕ ਮੁੰਡਾ ਸੀ, ਉਹਨੇ ਪਿਓ ਦਾ ਟੈਟੂ ਤੇ ਬਾਅਦ ਤੇ ਬਣਾ ਲਿਆ ਸੀ, ਅੱਜ ਮਟਾਉਣ ਨੂੰ ਫਿਰਨ ਦਿਆ। ਤੇ ਜਜ਼ਬਾਤੀ ਹੋ ਗਿਆ ਨਾ। ਦੱਸਿਆ ਨਾ ਤੁਹਾਨੂੰ, ਇਹ ਸੰਸਾਰ ਆ। ਜਜ਼ਬਾਤ ਤੁਹਾਡੇ ਨਹੀਂ ਰਹਿਣੇ। ਹੁਣ ਬੜੇ ਵਧੀਆ ਜੋ, ਕੱਲ ਨੂੰ ਆ ਕੇ ਵੇਖੋਗੇ ਬਦਲ ਜਾਣੇ ਆ। ਤੁਸੀਂ ਹਰ ਪਲ ਬਦਲ ਰਹੇ ਹੋ। ਜਿੱਦਾਂ ਜਿਹੜੀਆਂ ਚੀਜ਼ਾਂ ਸਾਨੂੰ ਪਹਿਲਾਂ ਚੰਗੀਆਂ ਲੱਗਦੀਆਂ ਸੀ, ਹੁਣ ਕਿੱਥੇ ਚੰਗੀਆਂ ਲੱਗਦੀਆਂ। ਉਹ ਮੇਰੇ ਨਾਨਕੇ ਆ, ਮੈਂ ਉੱਥੋਂ ਨਿਕਲਣਾ ਨਹੀਂ ਨਾ ਨਿਜਾ ਸਾਹਿਬ। ਬਾਰ-ਬਾਰ ਉੱਥੇ ਜਾਣ ਨੂੰ ਜੀ ਕਰਦਾ, ਹੁਣ ਕਿਤੇ ਮੂੰਹ ਨਹੀਂ ਕਰੀਦਾ ਉਧਰ। ਚੀਜ਼ਾਂ ਬਦਲ ਗਈਆਂ ਵਾ। ਨਾ ਪਸੰਦ ਬਦਲਦੀ ਜਾ ਰਹੀ ਹੈ। ਆਪਾਂ ਜਿਵੇਂ ਅੱਗੇ ਤੁਰੇ ਜਾ ਰਹੇ। ਇਸੇ ਕਰਕੇ ਕਹਿੰਦੇ ਆ ਕਿ ਜੀਵਨ ਦੇ ਵਿੱਚ ਤੇ ਉਹ ਜਿਹੜਾ ਵੀ ਸਮਾਂ ਹੈਗਾ, ਇਹ ਉਦਣ ਵੀ ਆਇਆ ਸੀ। ਕਹਿੰਦੇ ਤੂੰ ਦਾਣੇ ਜਿਹੜਾ ਪੀ ਰਿਹਾ ਨਾ, ਇਹ ਚ ਥੋੜੇ ਦਾਣੇ ਖਾ ਲਾ, ਕਿਤੇ ਸਾਰਾ ਆਟਾ ਨਾ ਬਣਾ ਕੇ ਬਹਿ ਜੀ, ਕਿਉਂਕਿ ਆਟਾ ਤੇਰਾ ਮਿੱਟੀ 'ਚ ਰਲ ਜਾਣਾ। ਨਹੀਂ ਗੁਰਕੀ ਸਾਹਿਬ, ਖਾ ਤਾਂ ਆਪਾਂ ਰਹੇ ਹੀ ਆ। ਕਹਿੰਦੇ ਬਸ ਉਹੀ ਹੈ ਜੋ ਕੁਝ ਖਾ ਰਹੇ ਆ, ਜਮਾ ਨਾ ਕਰ ਬਸ। ਹਾਂ, ਹਿਸਾਬ ਤਰੀਕੇ ਨਾਲ ਚੱਲ। ਠੀਕ ਹੈ ਨਜਰ ਸਾਹਿਬ, ਅੱਗੇ ਚੱਲੀਏ। ਹਾਂ, ਅੱਗੇ ਜਿਹੜਾ ਫਰੀਦ ਜੀ ਹਾਲੇ ਹੋਰ ਇਹਨੂੰ ਡਿਸਕਸ ਕਰ ਰਹੇ ਆ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਕਹਿੰਦੇ ਫਰੀਦ ਆ ਕੀ ਹੋ ਗਿਆ? ਇਹ ਮੇਰੇ ਮਨਾ ਕੀ ਹੋ ਗਿਆ? ਸ਼ੱਕਰ ਵਿਸ ਹੋ ਗਈ। ਕਹਿੰਦੇ ਆਹ ਮਿੱਠੇ ਭੋਗ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਜ਼ਹਿਰ ਵਾਂਗੂ ਲੱਗ ਰਹੇ। ਮੈਂ ਇਹਨਾਂ ਨੂੰ ਭੋਗ ਹੀ ਨਹੀਂ ਸਕਦਾ। ਹੁਣ ਮੇਰੇ ਗਿਆਨ ਇੰਦਰੇ, ਕਰਮ ਇੰਦਰੇ ਜਵਾਬ ਦੇ ਗਏ। ਹੁਣ ਸਰੀਰ ਜਿਹੜਾ ਹੈਗਾ ਇੱਕਦਮ ਛੀਣ ਹੋ ਗਿਆ। ਆਹ ਹੋਇਆ ਕੀ? ਕਹਿੰਦੇ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਇੰਨੇ ਮਿੱਠੇ ਪਦਾਰਥ, ਸ਼ੱਕਰ ਤਾਂ ਸ਼ੱਕਰ ਹੀ ਆ, ਪਰ ਆਪਾਂ ਉਹਨੂੰ ਭੋਗ ਨਹੀਂ ਸਕਦੇ। ਹੁਣ ਜਿਹੜਾ ਹੈਗਾ ਸਰੀਰ ਦੇ ਵਿੱਚ ਹੈ ਨਹੀਂ ਗੀ ਹਿੰਮਤ, ਨਾ ਖਾਣ ਦੀ ਹਿੰਮਤ ਆ, ਨਾ ਜਿਹੜਾ ਹੈਗਾ ਅੱਖਾਂ ਵੀ ਦੇਖਣੋਂ ਰਹਿ ਗਈਆਂ, ਕੰਨ ਵੀ ਸੁਣਨੋਂ ਰਹਿ ਗਏ। ਸਾਰਾ ਸਰੀਰ ਜਿਹੜਾ ਹੈਗਾ, ਸਰੀਰ ਦੇ ਜਿਹਨਾਂ ਨੂੰ ਸਵਾਦ ਭੋਗਦਾ ਸੀ, ਉਹ ਇੰਦਰੇ ਸਾਰੇ ਕਮਜ਼ੋਰ ਹੋ ਗਏ। ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਯਾਦ ਕਰ ਲਾ ਪਿਆਰਿਆ, ਉਹਦੀ ਗੇਮ ਹੈਗੀ ਆ, ਇਹ ਉਹਦੀ ਖੇਡ ਹੈਗੀ ਆ। ਦੇਖ ਤੈਨੂੰ ਹਾਲੇ ਵੀ ਚੇਤਾਵਨੀ ਆ ਰਹੀ ਹੈ। ਮਾਲਕ ਚਾਹੁੰਦਾ ਤੇ ਆਪਾਂ ਨੂੰ ਜਿਵੇਂ ਆਪਾਂ ਪੈਦਾ ਹੋਏ ਆ ਉਵੇਂ ਆਪਾਂ ਮਰਨ ਤੱਕ ਉਵੇਂ ਰੱਖ ਸਕਦਾ ਸੀ। ਮਾਲਕ ਕਹਿੰਦਾ ਫੇਰ ਤਾਂ ਕਿਸੇ ਨੇ ਵੀ ਇਸ ਪਾਸੇ ਆਉਣਾ ਹੀ ਨਹੀਂ ਸੀਗਾ। ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਇੱਕ ਵੀ ਬੰਦਾ ਇਸ ਪਾਸੇ ਆ ਜਾਏ। ਇਸ ਕਰਕੇ ਆ ਸਾਰਾ ਦਾ ਸਾਰਾ ਜਿਹੜਾ ਹੈਗਾ
ਜਿਹੜਾ ਕਮਜ਼ੋਰ ਹੋਣਾ, ਇੰਦਰੀਆਂ ਦਾ ਕਮਜ਼ੋਰ ਹੋਣਾ ਔਰ ਮੌਤ, ਸਾਰਾ ਟਾਈਮ, ਸਾਰਾ ਕੁਝ ਮਾਲਕ ਨੇ ਸੈੱਟ ਕੀਤਾ ਹੈ। ਕਹਿੰਦੇ ਹਾਲੇ ਵੀ ਚੇਤ ਜਾ, ਮਾਲਕ ਨੂੰ ਯਾਦ ਕਰ ਲਾ, ਸਾਈਂ ਨੂੰ ਯਾਦ ਕਰ ਲਾ। ਹੋਰ ਕਿਹਦੇ ਕੋਲ ਜਿਹੜੀ ਹੈਗੀ ਹੈ ਪ੍ਰੋਬਲਮ ਜਿਹਨੇ ਪਾਈ ਆ ਉਸੇ ਨੇ ਸੋਲਵ ਕਰਨੀ ਹੈ। ਹਾਂਜੀ ਗੋਰਕੀ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜਿਹੜੇ ਭੋਗ ਚੰਗੇ ਲੱਗਦੇ ਸੀ, ਹਾਂ ਹੈ ਤੇ ਭੋਗ ਹੁਣ ਵੀ ਆ, ਆਹੋ ਪਰ ਹੁਣ ਸਰੀਰ ਜਵਾਬ ਦੇ ਗਿਆ। ਬਿਲਕੁਲ। ਹੁਣ ਤੁਸੀਂ ਉਹਨਾਂ ਮਿੱਠਾ ਨਹੀਂ ਖਾ ਸਕਦੇ, ਨਾ। ਤੁਹਾਨੂੰ ਸ਼ੂਗਰ ਹੋ ਗਈ ਹੈ। ਕਿਉਂ? ਕਿਉਂਕਿ ਇਹਨਾਂ ਦੀ ਸਮਰੱਥਾ ਘਟ ਗਈ ਆ। ਹਾਂ, ਜਦੋਂ ਪਾਵਰ ਸੀ ਫਿਰ ਤੇ ਸਾਰੇ ਭੋਗ ਭੋਗੇ। ਹੁਣ ਤੁਸੀਂ ਉਹਨਾਂ ਖਾ ਵੀ ਨਹੀਂ ਸਕਦੇ ਜਿੰਨਾ ਪਹਿਲਾਂ ਖਾ ਲੈਂਦੇ ਸੀ। ਕਿਉਂ? ਕਿਉਂਕਿ ਉਹ ਪਾਚਨ ਤੰਤਰ ਕਮਜ਼ੋਰ ਹੋ ਗਿਆ। ਹੁਣ ਤੇ ਆ ਕਿ ਗੋਲੀ ਖਾ ਕੇ ਸਰੀਰ ਚੱਲਣ ਦਿਆ। ਸੋ ਕਹਿਣ ਤੋਂ ਭਾਵ ਆ ਕਿ ਸਮੇਂ ਦੇ ਅਨੁਸਾਰ ਇਹ ਨਹੀਂ ਚੀਜ਼ਾਂ ਨੇ, ਇਹ ਜਿਹੜੀਆਂ ਮੈਂ ਕਮਜ਼ੋਰ ਹੋ ਰਹੀਆਂ ਨੇ। ਔਰ ਫਿਰ ਇਹਨਾਂ ਦੇ ਜਿਹੜੇ ਭੋਗ ਆ, ਹੁਣ ਤੁਸੀਂ ਲੋੜ ਤੋਂ ਜ਼ਿਆਦਾ ਜਿੱਦਾਂ ਭੋਗਾਂ ਨੂੰ ਭੋਗਿਆ ਹੋਵੇ ਤੇ ਫਿਰ ਉਹ ਚੀਜ਼ ਤੁਹਾਡੇ ਸਾਹਮਣੇ ਆਵੇ, ਫਿਰ ਦੇਖੋ ਤੁਹਾਡੀ ਅੰਦਰ ਦੀ ਸਥਿਤੀ, ਅੰਦਰੋਂ ਕਿੰਨਾ ਬੰਦਾ ਤੜਫਦਾ, ਕਿਉਂਕਿ ਉਹ ਚੀਜ਼ ਤੇ ਹੈਗੀ ਪਰ ਖਾ ਨਹੀਂ ਸਕਦਾ। ਸੋ ਇਹ ਸੰਸਾਰ ਹੈਗਾ। ਇਹ ਕਹਿੰਦੇ ਆ ਕਿ ਬਈ ਤੁਸੀਂ ਆਪਣੇ ਜੀਵਨ ਦੇ ਵਿੱਚ ਜੋ ਵੀ ਦੇਖ ਰਹੇ ਜੋ, ਕੁਝ ਐਸੀ ਚੀਜ਼ ਲੱਭੋ ਜਿਹਦੇ ਨਾਲ ਕੁਝ ਹੋਵੇ, ਕੋਈ ਸੋਝੀ ਆਵੇ, ਕੋਈ ਆਪਣੇ ਜੀਵਨ ਨੂੰ ਥੋੜਾ ਉੱਪਰ ਚੁੱਕਣ ਦਾ ਮੌਕਾ ਮਿਲੇ। ਔਰ ਉਹ ਭਗਤੀ ਤੋਂ ਬਿਨਾਂ ਸੰਭਵ ਨਹੀਂ। ਜੇਕਰ ਬੰਦਾ ਨਾਲ ਭਗਤੀ ਕਰੇ ਨਾ 45 ਮਿੰਟ 40 ਮਿੰਟ ਹਰ ਦਿਨ ਕਰੀ ਜਾਵੇ, ਤੇ ਆਟੋਮੈਟਿਕਲੀ ਹੀ ਤੁਸੀਂ ਰਸਾਂ ਤੋਂ ਭੋਗਾਂ ਤੋਂ ਅਲੱਗ ਹੋ ਜਾਣਾ। ਕੁਝ ਤਿਆਗ ਕਰਨ ਦੀ ਲੋੜ ਨਹੀਂ ਆ, ਕੇਵਲ ਤੁਸੀਂ ਆਪਣੇ ਆਪ ਨੂੰ। ਹਾਂਜੀ, ਇੱਕ ਨਾ ਮੈਂ ਇਹਦੇ ਵਿੱਚ ਜਿਹੜਾ ਹੈ ਦੱਸਣਾ ਚਾਹੁੰਦਾ ਸਾਧ ਸੰਗਤ ਨੂੰ ਵੀ ਭਗਤੀ ਵਾਸਤੇ ਜਿਹੜਾ ਹੈਗਾ, ਦੇਖੋ ਆਪਾਂ ਮਾਲਕ ਨੇ ਬਿਲਕੁਲ 2 ਸਮੇਂ ਐਸੇ ਵਧੀਆ ਮਾਲਕ ਨੇ ਦਿੱਤੇ ਆ। ਔਰ ਬਾਣੀ ਕਹਿੰਦੀ ਆ, ਆਪਣੇ ਗੁਰੂ ਆਪਣੇ ਜਿਹੜੇ ਹੈਗੇ ਆ ਗਿਆਨ ਬ੍ਰਹਮ ਗਿਆਨੀ ਕਹਿੰਦੇ ਆ, ਕਹਿੰਦੇ ਪਿਆਰਿਆ ਤੂੰ ਰੋਜ਼ ਜਿਹੜਾ ਹੈਗਾ ਭਗਤੀ ਕੀ ਹੈਗੀ, ਆਪਣੀ ਆਤਮਾ ਦੇ ਨੇੜੇ ਜਾਣਾ। ਕਹਿੰਦੇ ਤੂੰ ਰੋਜ਼ ਆਤਮਾ ਦੇ ਨੇੜੇ ਜਾਣਾ ਹੈ। ਦੇਖ ਰਾਤ ਨੂੰ ਜਦ ਤੂੰ ਸੌਣ ਲੱਗਦਾ ਆ, ਸੌਂ ਕੇ ਕਿੱਥੇ ਚਲੇ ਜਾਣਾ ਹੈ ਆਪਾਂ? ਸੌਂ ਕੇ ਜਿਹੜੇ ਵਿਚਾਰ ਬੰਦ ਹੋ ਜਾਂਦੇ ਆਪਣੇ ਔਰ ਆਪਾਂ ਜਿਹੜੇ ਹੈਗੇ ਆਤਮਾ ਦੇ ਨੇੜੇ ਹੋ ਜਾਂਦੇ ਆ। ਔਰ ਸਵੇਰੇ ਆਪਾਂ ਜਦ ਉੱਠਦੇ ਆ ਉਦੋਂ ਆਤਮਾ ਤੋਂ ਹੀ ਆਉਣੇ ਆ ਆਪਾਂ ਬਾਹਰ। ਸਰਾਣੇ ਦੇ ਉੱਤੇ ਵਿਚਾਰ ਸ਼ੁਰੂ ਹੋ ਜਾਂਦੇ ਆ। ਕਹਿੰਦੇ ਜਦ ਤੂੰ ਹੁਣ ਆਤਮਾ ਦੇ ਨੇੜੇ ਜਾ ਰਿਹਾ ਜਾਂ ਉੱਥੋਂ ਆ ਰਿਹਾ ਆ, ਆਹ 2 ਟਾਈਮ ਨਾ ਖੁੰਝਾਈ, ਆਹ 2 ਟਾਈਮ ਦੀ ਭਗਤੀ ਕਰ ਲਾ ਬਸ। ਬਾਕੀ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੇ ਉੱਤੇ ਵਾਚ ਰੱਖ ਦਿਨੇ, ਤੇ ਆਹ 2 ਟਾਈਮ ਦੀ ਭਗਤੀ ਕਰ ਲਾ ਪਿਆਰਿਆ, ਪਾਰ ਹੋ ਜਾਏਗਾ ਤੇਰਾ ਬੇੜਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। 2 ਟਾਈਮ ਆਪਣੇ ਜੀਵਨ ਦੇ ਵਿੱਚੋਂ ਦੇਣੇ ਆ, ਇੱਕ ਸਵੇਰ ਹੈ ਤੇ ਇੱਕ ਸ਼ਾਮ ਹੈ। ਹਾਂ, ਇਸ ਟਾਈਮ ਤੇ ਤੁਸੀਂ ਮਤਲਬ ਹੁਣ ਸੌਣਾ ਹੀ ਆ, 15-20 ਮਿੰਟ ਭਗਤੀ ਤੇ ਬਹਿ ਜਾਓ ਬਸ। ਸਵੇਰੇ ਉੱਠੇ ਤੇ ਉੱਠਣ ਤੋਂ ਪਹਿਲਾਂ ਕਰ ਲਓ, ਸ਼ੁਰੂ ਤੋਂ ਇਹ ਕੰਮ ਕਰੋ। ਦੇਖੋ ਪਤਾ ਕੀ ਆ, ਸਫਾਈ ਕਰਨੀ ਆ ਤੇ ਪੈਣੀ ਆ, ਤੇ ਤਾਂ ਹੀ ਸਫਾਈ ਹੋਣੀ ਆ। ਜੇ ਸਫਾਈ ਕਰਨੀ ਆ ਨਾ ਤੇ ਕਰਨੀ ਪੈਣੀ ਆ। ਹੁਣ ਜਿੱਦਾਂ ਆਪਾਂ ਘਰ ਆ, ਆਪਾਂ ਘਰ ਨੂੰ ਤੇ ਸਾਫ਼ ਕਰਦੇ ਆ। ਕਈਆਂ ਜਗ੍ਹਾ ਤੇ ਮੈਂ ਵੇਖਿਆ 2-2 3-3 ਟਾਈਮ ਵੀ ਘਰ ਸਾਫ਼ ਕਰਦੇ ਆ, ਕਿਉਂਕਿ ਜਿੰਨੇ ਲੋਕ ਆਉਂਦੇ ਨੇ ਜਾਂਦੇ ਨੇ ਉਹਨਾਂ ਜ਼ਿਆਦਾ ਗੰਦ ਪੈਂਦਾ। ਇੱਥੋਂ ਤੱਕ ਤੁਹਾਡੇ ਘਰੇ ਕੋਈ ਨਾ ਆਵੇ ਨਾ, ਤੇ ਦਰਵਾਜ਼ੇ ਦੀਆਂ ਮੋਰੀਆਂ, ਬਾਰੀ ਦੀਆਂ ਮੋਰੀਆਂ ਰਾਹੀਂ ਵੀ ਕਚਰਾ ਘਰੇ ਆ ਜਾਂਦਾ। ਆਪਾਂ ਸਫਾਈ ਕਰਦੇ ਹਾਂ, ਪਰ ਕਦੇ ਆਪਾਂ ਆਪਣੇ ਚਿੱਤ ਨੂੰ ਸਾਫ਼ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਨਾ ਕੋਈ ਦੱਸਦਾ ਚਿੱਤ ਨੂੰ ਸਾਫ਼ ਕਰਨਾ। ਉਹ ਕਹਿੰਦੇ ਵੈਗਰੂ ਵੈਗਰੂ ਕਹਿ ਦੋ ਬਸ, ਗੱਲ ਠੀਕ ਹੈ। ਪਰ ਕੋਈ ਦੱਸਦਾ ਨਹੀਂ ਹੈ ਕਿ ਚਿੱਤ ਨੂੰ ਵੀ ਸਾਫ਼ ਕਰਨਾ ਹੈ। ਚਿੱਤ 'ਚ ਗਲਤ ਵਿਚਾਰ ਆ ਜਾਂਦੇ ਨੇ, ਉਹ ਤੁਹਾਨੂੰ ਤੁਹਾਡੇ ਅਹੁਦੇ ਤੋਂ ਥੱਲੇ ਲੈ ਆਉਂਦੇ ਨੇ, ਜਾਂ ਥੱਲੇ ਲਿਆਉਣ ਦੇ ਲਈ ਤੁਹਾਡੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਉਸ ਟਾਈਮ ਤੇ ਦੇਖੋ ਸਾਡੀ ਜਿਹੜੀ ਅੰਦਰ ਹੈ ਨਾ, ਸਾਡੀ ਵਿਲ ਪਾਵਰ ਬਹੁਤ ਇੰਪੋਰਟੈਂਟ ਹੈ। ਤੁਹਾਡਾ ਆਪਣਾ ਜਿਹੜਾ ਅੰਦਰਲਾ ਤੱਤ ਹੈ ਨਾ, ਉਹ ਜਦ ਤੱਕ ਹਾਂ ਨਹੀਂ ਨਾ ਕਹਿੰਦਾ, ਕੋਈ ਵੀ ਔਗਣ ਤੁਹਾਡੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ। ਕੋਈ ਚੀਜ਼ ਲੈ ਕੇ ਆਇਆ ਨਾ ਤੁਹਾਡੇ ਘਰੇ, ਲਓ ਜੀ ਖਾ ਲਓ, ਉਹ ਦੇ ਗਿਆ ਵਾ, ਖਾਣੀ ਕਿ ਨਹੀਂ ਖਾਣੀ ਨਿੱਜਾ ਸਾਹਿਬ ਇਹ ਤੁਹਾਡੀ ਮਰਜ਼ੀ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮਹੀਨਾ ਕੀ 50 ਸਾਲ ਫਰਿੱਜ 'ਚ ਪਈ ਰਹੂਗੀ, ਉਹਨੂੰ ਚੁੱਕ ਕੇ ਵੀ ਸੁੱਟ ਸਕਦੇ ਜੇ ਤੁਸੀਂ, ਇਹ ਤੁਹਾਡੀ ਮਰਜ਼ੀ ਹੈ।
ਦੇਖੋ ਕਹਿੰਦੇ ਕਿ ਸਾਡਾ ਜੀਵਨ ਏਦਾਂ ਦਾ ਵਾ ਕਿ ਜਿੱਦਾਂ ਸਾਡੀ ਮਰਜ਼ੀ ਨਾਲ ਬਾਂਹ ਨਹੀਂ ਨਾ ਤਾਂ ਕਰ ਸਕਦੇ, ਸਰੀਰ ਆਪਣੇ ਆਪ ਦੇ ਨਾਲ ਠਾਂ ਕਰ ਸਕਦਾ, ਉਸੇ ਹੀ ਤਰ੍ਹਾਂ ਤੁਹਾਡਾ ਜੀਵਨ 101% ਤੁਹਾਡੇ ਕੰਟਰੋਲ 'ਚ ਆ। ਜਿੱਦਾਂ ਹੱਥ ਤੁਹਾਡੇ ਕੰਟਰੋਲ 'ਚ ਨੇ, ਦੇਖੋ ਹੱਥ ਪਾਣੀ ਪੀਣਾ ਨਹੀਂ ਪੀਣਾ, ਨਹਾਉਣਾ ਨਹੀਂ ਨਹਾਉਣਾ, ਆਪ ਦੱਸੋ ਤੁਹਾਡੀ ਮਰਜ਼ੀ ਤੋਂ ਬਿਨਾਂ ਕੁਝ ਹੋ ਰਿਹਾ? ਕੱਲਾ ਖੂਨ ਚੱਲ ਰਿਹਾ ਤੁਹਾਡੀ ਮਰਜ਼ੀ ਤੋਂ ਬਿਨਾਂ। ਰੋਟੀ ਖਾਧੀ ਪਚ ਰਹੀ ਆ, ਰੋਟੀ ਕਿਹੜੀ ਖਾਣੀ ਆ ਨਹੀਂ ਖਾਣੀ ਆ, ਉਹ ਫੈਸਲਾ ਕਿਹਦਾ ਹੈ? ਕੇਵਲ ਸਾਡਾ। ਬਹੁਤ ਵਧੀਆ। ਜਾਣਾ ਨਹੀਂ ਜਾਣਾ ਸਭ ਕੁਝ ਸਾਡਾ ਕੰਟਰੋਲ। ਕਿਹੜਾ ਕੱਪੜਾ ਪਾਉਣਾ ਚਾਹੁੰਦੇ ਜੋ, ਲਾਲ ਪਾਉਂਦੇ ਜੋ, ਪਿੰਕ ਪਾਉਣਾ, ਗੁਲਾਬੀ ਪਾਉਣਾ, ਕਿਹੜਾ ਪਾਉਣਾ ਤੁਹਾਡੀ ਮਰਜ਼ੀ। ਕਿਹੜੀ ਜੁੱਤੀ ਪਾਉਣੀ ਆ ਤੁਹਾਡੀ ਮਰਜ਼ੀ। ਬੱਚੇ ਨੂੰ ਕਿਹੜੇ ਸਕੂਲੇ ਭੇਜਣਾ ਤੁਹਾਡੀ ਮਰਜ਼ੀ। ਕਿਹੜੀ ਪੱਗ ਬੰਨਣੀ ਆ, ਕਿਹੜੀ ਕਾਰ ਖਰੀਦਣੀ ਆ, ਕਿਹੜਾ ਘਰ ਬਣਾਉਣਾ ਹੈ ਤੁਹਾਡੀ ਮਰਜ਼ੀ। ਇੱਥੋਂ ਤੱਕ ਹਰ ਇੱਕ ਚੀਜ਼ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਰਹੀ। ਘਰੇ 3-4 ਕਿਸਮ ਦੀਆਂ ਪੇਸਟ ਪਈਆਂ, ਟੂਥਪੇਸਟ ਪਈਆਂ, ਕਿਹੜੀ ਪੇਸਟ ਨਾਲ ਤੁਸੀਂ ਬ੍ਰਸ਼ ਕਰਨਾ ਹੈ ਜਾਂ ਕਿਹੜੇ ਸਾਬਣ ਨਾਲ ਤੁਸੀਂ ਨਹਾਉਣਾ ਹੈ ਤੁਹਾਡੀ ਮਰਜ਼ੀ ਆ। ਤੁਹਾਡੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ। ਇਹਦਾ ਮਤਲਬ ਜਿੱਦਾਂ ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਹੱਥ ਨਹੀਂ ਅੱਗੇ ਪਿੱਛੇ ਜਾ ਸਕਦਾ, ਉਸੇ ਹੀ ਤਰ੍ਹਾਂ ਤੁਹਾਡਾ ਜੀਵਨ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ ਚੱਲਣਾ ਨਹੀਂ ਚਾਹੀਦਾ। ਪਰ ਬੰਦਾ ਕਿੱਥੇ ਵੇਂਦਾ ਇਹ ਗੱਲ? ਬੰਦਾ ਤੇ ਬੇਹੋਸ਼ੀ 'ਚ ਜੀਵਨ ਬਤੀਤ ਕਰ ਰਿਹਾ। ਆਪ ਦੇਖੋ, ਹਮ ਆਦਮੀ ਹਾਂ ਇੱਕ ਦਮੀ। ਮਤਲਬ ਤੇ ਗੁਰੂ ਨਾਨਕ ਪਾਤਸ਼ਾਹ ਦਾ ਇਹੋ ਹੀ ਹੈ ਕਿ ਮੈਂ ਇੱਕ ਦਮ ਦਾ ਕੰਟਰੋਲਰ ਹਾਂ। ਮੈਂ ਨਹੀਂ ਸੋਚਦਾ ਕਿ ਮੈਂ ਕੱਲ ਕੀ ਕਰੂੰਗਾ। ਹੁਣ ਜਿਹੜਾ ਮੈਨੂੰ ਸਾਹਮਣੇ ਅਵਸਰ ਦਿੱਤਾ ਹੈ ਪ੍ਰਕਿਰਤੀ ਨੇ, ਕੀ ਕਰਨਾ ਕੀ ਨਹੀਂ ਕਰਨਾ, ਮੈਂ ਉਹਦੇ ਆਧਾਰ ਤੇ ਜੀਵਨ ਬਤੀਤ ਕਰਦਾ। ਇੱਕ ਦਮ ਦੇ ਵਿੱਚ ਕੀ ਹੋ ਰਿਹਾ ਹੈ, ਇਹੋ ਹੀ ਜੀਵਨ ਹੈ, ਹੋਰ ਕੁਛ ਨਹੀਂ ਜੀ। ਜਿੰਨੀ ਭਗਤੀ ਕਰ ਰਹੇ ਹਾਂ ਇਹ ਕੇਵਲ ਆਪਣੀ ਸੁਰਤੀ ਨੂੰ ਸੈਂਟਰਲਾਈਜ਼ ਕਰਨਾ ਹੈ। ਜਿਹੜਾ ਸਾਡੇ ਅੰਦਰ ਜਿਹੜਾ ਜੀਵ ਹੈ ਉੱਡਿਆ ਫਿਰਦਾ ਧੁੱਪੇ ਵਿਚਾਰਾ ਪਰੇਸ਼ਾਨ ਹੋ ਰਿਹਾ, ਉਹਨੂੰ ਮਨ ਨੂੰ ਅੰਦਰ ਬਾਉਣਾ ਹੈ ਬਸ। ਤੇ ਫਿਰ ਉਹ ਕੀ ਕਰੂਗਾ? ਜੋ ਤੁਹਾਡੇ ਸਾਹਮਣੇ ਆ ਉਹੀ ਕਰੂਗਾ। ਫਿਰ ਕਿਹਦੇ ਆਧਾਰ ਤੇ ਕਰੂਗਾ? ਸੰਗਤ ਕਰਕੇ ਵਿਵੇਕ ਬੁੱਧੀ ਦਾ ਜਿਹੜਾ ਗਿਆਨ ਹੈ ਪ੍ਰਾਪਤ ਕਰਨਾ ਹੈ। ਫਿਰ ਇਹਨੂੰ ਆਪੇ ਪਤਾ ਲੱਗ ਜਾਣਾ ਹੈ ਗਲਤ ਕੀ ਹੈ ਤੇ ਸਹੀ ਕੀ ਹੈ। ਫਿਰ ਬਸ ਬੰਦਾ ਤਿਆਗ ਕਰ ਦਿੰਦਾ। ਹੁਣ ਡਾਕਟਰ ਕਹਿੰਦਾ ਵੀ ਆਹ ਚੀਜ਼ ਨਾ ਖਾਵੀਂ, ਤਲੀ ਜ਼ਹਿਰ ਆ। ਕੋਈ ਮੂਰਖ ਹੀ ਹੋਊਗਾ ਜਿਹੜਾ ਖਾਊਗਾ। ਨਿੱਜਰ ਸਾਹਿਬ ਬਿਲਕੁਲ। ਉਹ ਕਹਿੰਦਾ ਵੀ ਤੂੰ 2-4 ਸਾਲ ਖਾਧੀ ਤੇ ਚੜ ਜਾਏਗਾ ਗੱਡੀ, ਇਸ ਕਰਕੇ ਬਚਾ ਲਾ ਆਪਣੇ ਆਪ ਨੂੰ। ਹਾਂਜੀ ਨਿੱਜਰ ਸਾਹਿਬ। ਅੱਗੇ ਫਰੀਦ ਜੀ ਫੇਰ ਦੁਬਾਰਾ ਹਾਲੇ ਵੀ ਸਬਜੈਕਟ ਨੂੰ ਲੈ ਕੇ ਚੱਲ ਰਹੇ ਆ। ਇਹੀ ਚੀਜ਼ ਹਾਲੇ ਡਿਸਕਸ ਕਰ ਰਹੇ, ਹਾਲੇ ਹੋਰ ਸਮਝਾ ਰਹੇ ਆਪਾਂ ਨੂੰ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈ ਆ, ਹੋਰ ਕਰੇਂਦੀ ਵਨ। ਕਹਿੰਦੇ ਆ ਕੀ ਹੋ ਗਿਆ? ਦੇਖ ਮੇਰੇ ਮਨਾ, ਦੇਖ ਅੱਖਾਂ ਦੇਖ ਰਹਿ ਗਈਆਂ, ਦਿਸਣੋਂ ਘਟ ਗਿਆ, ਬਹੁਤ ਘਟ ਗਿਆ, ਦ੍ਰਿਸ਼ਟੀ ਬਹੁਤ ਘਟ ਗਈ। ਕੋਈ ਚਸ਼ਮਾ ਕੰਮ ਨਹੀਂ ਆਉਂਦਾ, ਕੋਈ ਆਪਰੇਸ਼ਨ ਨਹੀਂ ਚੱਲਦਾ। ਸੁਣ ਸੁਣ ਰੀਨੇ ਕੰਨ ਵੀ ਜਿਹੜੇ ਹੈਗੇ ਬੋਲੇ ਹੋ ਰਹੇ ਆ ਸੁਣ ਕੇ। ਇੰਨਾ ਸੁਣ ਲਿਆ ਜੀਵਨ ਦੇ ਵਿੱਚ। ਸਾਖ ਪਕੰਦੀ ਆਈ ਆ, ਹੋਰ ਕਰੇਂਦੀ ਵਨ। ਔਰ ਆਹ ਸਰੀਰ ਜਿਹੜਾ ਹੈਗਾ ਮੇਰਾ ਜਿਹੜਾ ਮਾਲਕ ਨੇ ਦਿੱਤਾ ਹੈ, ਕਹਿੰਦੇ ਇਹ ਤਾਂ ਪੱਕ ਗਿਆ। ਹੁਣ ਇਹਨੇ ਤਾਂ ਜਿਹੜਾ ਹੈਗਾ ਆ ਬਣ ਕੀ ਗਿਆ? ਇੰਨਾ ਸੋਹਣਾ ਸੀਗਾ। ਆ ਜਿਹੜੇ ਹੈਗੇ ਗੱਲ ਜਿਹੜੇ ਅੰਦਰ ਨੂੰ ਵੜ ਗਏ ਆ ਪੂਰੇ ਹੱਥ ਤੇ ਚੁਰੀਆਂ ਪੈ ਗਈਆਂ, ਕਮਰ ਕੁੱਬੀ ਹੋ ਗਈ ਆ, ਤੁਰਨ ਵੇਲੇ ਵੀ ਇੱਧਰ ਉੱਧਰ ਜਿਹੜਾ ਚੋਟੀ ਵੀ ਕੰਮ ਨਹੀਂ ਕਰ ਰਹੀ। ਕਹਿੰਦੇ ਆ ਹੋਇਆ ਕੀ ਆ ਮੇਰੇ ਨਾਲ? ਆ ਚੇਂਜ ਕੀ ਹੋ ਗਿਆ? ਤੇ ਇਸ ਤੋਂ ਬਾਅਦ ਤਾਂ ਬਸ ਡਿਸਪੋਜ਼ਲ ਹੀ ਹੈਗਾ ਭਾਈ। ਤੇ ਤੂੰ ਕੀਤਾ ਕੀ ਹੈ ਜੀਵਨ ਦੇ ਵਿੱਚ? ਸੋਚ ਤਾਂ ਲੈ, ਤੇਰੇ ਪੱਲੇ ਕੀ ਹੈ? ਤੂੰ ਚੱਲਿਆ ਹੈ, ਹੁਣ ਤਿਆਰੀ ਹੈ ਤੇਰੀ, ਹੁਣ ਦੇਖ ਤੇਰੇ ਕੋਲ ਹੈ ਕੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਤੇਰੇ ਜੀਵਨ ਦੀ ਪ੍ਰਾਪਤੀ ਕੀ ਹੈ। ਬਾਣੀ ਤੇ ਬੜਾ ਰੌਲਾ ਪਾਇਆ ਸੀ, ਉਲਟਾ ਸਪੀਕਰ ਲਾ ਕੇ ਤੂੰ ਲੋਕਾਂ ਨੂੰ ਸੁਣਾਤੀ, ਆਪ ਤੇ ਸੁਣੀ ਨਾ। ਬਾਣੀ ਦੀ ਕਹਿੰਦੀ ਅਵਰ ਕਾਜ ਤੇਰੇ ਕਿਸੇ ਕੰਮ ਦੇ ਨਹੀਂ ਹੈਗੇ ਭਾਈ। ਇਹ ਲਫ਼ਜ਼ ਸੁਣਿਆ ਕਿਉਂ ਨਹੀਂ ਆਪਾਂ? ਹੁਣ ਤੇਰਾ ਸਰੀਰ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ ਬਹੁਤ ਜ਼ਿਆਦਾ। ਸ਼ਕਤੀ ਦੇ ਬਿਨਾਂ ਤਾਂ ਕੋਈ ਕੰਮ ਨਹੀਂ ਹੋਣਾ।
ਜਦੋਂ ਆਪਾਂ ਉਸ ਮੋੜ ਤੇ ਪਹੁੰਚਦੇ ਨਾ ਤੇ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਮੂਰਖ ਮਨਾ ਕਿੱਦਾਂ ਭੱਜਾ ਗਿਆ ਤੂੰ, ਕਿੱਦਾਂ ਭੱਜਾ ਗਿਆ। ਕਰਮ ਕਰਨ ਲੱਗਿਆ ਤੂੰ ਸੋਚਿਆ ਨਹੀਂ, ਆਖਰ ਤੇ ਬੰਦਾ ਪਛਤਾਉਂਦਾ ਵਾ। ਪਤਾ ਤੁਹਾਨੂੰ ਕੀ ਕੀਤਾ ਕੀ ਤੂੰ? ਲੱਭੇ ਤਾਂ ਕੁਛ ਵੀ ਨਹੀਂ। ਇੱਥੋਂ ਮਿੱਟੀ ਇਕੱਠੀ ਕੀਤੀ ਆ, ਉੱਥੇ ਹੋ ਗਈ। ਇਹ ਮੇਰੀ ਹੈ ਜੀ, ਇਹ ਮੇਰੀ ਹੈ ਜੀ, ਮੇਰਾ ਫਲਾਨਾ ਤੇ ਮੇਰਾ ਢਿਮਕਾ। ਕੀ ਕੀਤਾ ਤੇਰੇ ਜੀਵਨ ਦਾ? ਕੋਈ ਹੈ ਸੀ, ਕੋਈ ਮਕਸਦ ਸੀ, ਕੋਈ ਸੰਸਾਰ ਨੂੰ ਕੋਈ ਚੰਗੀ ਚੀਜ਼ ਦੇ ਕੇ ਗਿਆ ਕਿ ਕੇਵਲ ਆਪਣੇ ਲਈ ਜੀਵਨ ਬਤੀਤ ਕੀਤਾ? ਹੱਕ ਦੀ ਕਮਾਈ ਨਾਲ ਜੀਵਨ ਬਤੀਤ ਕੀਤਾ? ਬਾਣੀ ਪੁੱਛਦੀ ਹੈ। ਤੇ ਲੋਕਾਂ ਦਾ ਤਾਂ ਨਹੀਂ ਖੋਹ ਲਿਆ। ਜੇ ਲੋਕਾਂ ਦਾ ਖੋਣ ਦੀ ਤੇਰੇ ਅੰਦਰ ਇੱਛਾ ਹੈਗੀ ਹੈ ਨਾ, ਤੇਰਾ ਮਨ ਬਿਮਾਰੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੋਗਾ। ਮਨ ਤੇਰਾ ਬਿਮਾਰੀ, ਇਹਦਾ ਇਲਾਜ ਕਰਾ। ਇਹ ਤੇ ਇਹਨੇ ਔਗਣਾਂ ਦਾ ਤਿਆਗ ਨਹੀਂ ਕਰਨਾ, ਇਹ ਬਿਮਾਰ ਹੀ ਰਹੂਗਾ। ਔਰ ਇਨਸਾਨ ਕਿੱਥੇ ਉਹਦਾ ਇਲਾਜ ਕਰਾਉਣਾ ਚਾਹੁੰਦਾ? ਨਿੱਜਰ ਸਾਹਿਬ ਉਹ ਕਹਿੰਦੇ ਇਹੋ ਜਿਹਾ ਮਨ ਤੇ ਹਰ ਇੱਕ ਨੂੰ ਮਿਲੇ। ਬਿਲਕੁਲ ਸਹੀ ਗੱਲ ਹੈ। ਇਹਦੇ ਬਹੁਤ ਵਧੀਆ ਮਨ ਹੈ ਤੇ ਸਭ ਕੁਝ ਖਿੱਚ ਕੇ ਘਰੇ ਲਈ ਆਉਂਦੇ ਆ। ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਇਹ ਸਹੀ ਨਹੀਂ, ਇਹ ਬਿਮਾਰ ਹੈ ਵਿਚਾਰਾ, ਇਹਦਾ ਇਲਾਜ ਕਰਾਓ। ਹਾਂਜੀ, ਇਹ ਤਾਂ ਇੰਤਕਾਲ ਕਰਾਉਣ ਨੂੰ ਫਿਰ ਰਿਹਾ ਆ, ਜ਼ਮੀਨਾਂ ਦੇ ਰਜਿਸਟਰੀਆਂ ਕਰਾਉਣ ਨੂੰ ਫਿਰ ਰਿਹਾ। ਕਹਿੰਦੇ ਤੇਰਾ ਇੰਤਕਾਲ ਜਿਹੜਾ ਹੈਗਾ, ਤੂੰ ਪਤਾ ਹੈ ਤੇਰਾ ਇੰਤਕਾਲ ਕਦੋਂ ਹੋਣਾ? ਤੇ ਕਹਿੰਦੇ ਆ ਕਿ ਤੁਸੀਂ ਇਹਦਾ ਇਲਾਜ ਕਰਾਓ, ਇਹ ਜਿਹੜਾ ਤੰਦਰੁਸਤ ਹੋ ਜੇ ਤੇ ਤੇਰਾ ਮਨ ਤੇ ਤਨ ਜਿਹੜਾ ਅਰੋਗਾ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਤੇ ਹੁਣ ਦੇਖੋ, ਤੇ ਕੋਈ ਬੰਦਾ ਤੰਦਰੁਸਤ ਹੋ ਜੇ ਤੇ ਉਹ ਤੇ ਬਹੁਤ ਵੱਡੀ ਕਿਰਪਾ ਦੀ ਗੱਲ ਹੈ ਨਾ। ਆਪਣੇ ਸਰੀਰ 'ਚ ਦੁੱਖ ਹੋਵੇ, ਜਦੋਂ ਆਪਾਂ ਨੂੰ ਬਿਮਾਰੀ ਤੋਂ ਮੁਕਤੀ ਮਿਲ ਜਾਂਦੀ ਆ ਤੇ ਕਿਹੜਾ ਚੰਗਾ ਲੱਗਦਾ। ਉਸੇ ਤਰ੍ਹਾਂ ਕਹਿੰਦੇ ਕਿ ਤੇਰਾ ਜਦੋਂ ਮਨ ਤੰਦਰੁਸਤ ਹੋ ਗਿਆ, ਜਦੋਂ ਨਿਰਮਲ ਹੋ ਗਿਆ ਨਾ, ਉਹ ਤੈਨੂੰ ਜੀਵਨ ਦਾ ਮਜ਼ਾ ਤੇ ਉਸ ਤੋਂ ਬਾਅਦ ਪਤਾ ਲੱਗਣਾ। ਹਜੇ ਤੂੰ ਜੀਵਨ ਨਹੀਂ ਜੀ ਰਿਹਾ, ਹਜੇ ਤੂੰ ਖਾਣਾ ਪੂਰਤੀ ਕਰ ਰਿਹਾ। ਹਾਂਜੀ ਨਿੱਜਰ ਸਾਹਿਬ ਅੱਗੇ ਫਿਰ ਫਰੀਦ ਜੀ ਜਿਹੜਾ ਸਬਜੈਕਟ ਸੇਮ ਚੱਲ ਰਿਹਾ ਹਾਲੇ ਵੀ। ਫਰੀਦਾ ਕਾਲੀ ਜਿਨਹੀ ਨਾ ਰਾਵਿਆ ਤੌਲੀ ਰਾਵੈ ਕੋਏ, ਕਰ ਸਾਇੰਸੋਂ ਪਿਰਹੜੀ ਰੰਗ ਨਵੇਲਾ ਹੋਏ। ਕਹਿੰਦੇ ਭਾਈ ਦੇਖ ਮੇਰੇ ਮਨਾ, ਜਿਹਨੇ ਜਵਾਨੀ ਦੇ ਵਿੱਚ ਕਾਲੀ ਜਿਹੜੀ ਹੈ ਦਾੜੀ, ਜਿਹਨੇ ਜਵਾਨੀ ਦੇ ਵਿੱਚ ਮਾਲਕ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ, ਮਾਲਕ ਪਰਮਾਤਮਾ ਜਿਹੜਾ ਭਗਤੀ ਨਹੀਂ ਕੀਤੀ, ਤੇ ਬੁਢਾਪੇ ਦੇ ਵਿੱਚ ਭਾਈ ਕੋਈ ਟਾਵਾਂ ਹੀ ਕਰਦਾ ਹੈ। ਬੁਢਾਪੇ 'ਚ ਤਾਂ ਫਿਰ ਜਿਹੜਾ ਹੈਗਾ ਡਾਊਨਫਾਲ ਹੀ ਹੈਗਾ, ਸਰੀਰ ਜਵਾਬ ਦੇ ਜਾਂਦਾ ਹੈ, ਬੁਢਾਪੇ 'ਚ ਬਿਮਾਰੀਆਂ ਲੱਗ ਜਾਂਦੀਆਂ ਹੈ। ਤੇ ਕਹਿੰਦੇ ਉੱਥੇ ਤਾਂ ਫਿਰ ਕੋਈ ਟਾਵਾਂ ਬੰਦਾ ਹੀ ਫਿਰ ਜਿਹੜਾ ਹੈਗਾ ਭਗਤੀ ਕਰ ਸਕਦਾ, ਕਰਦਾ ਹੈ। ਕਰ ਸਾਇੰਸਿਓਂ ਪਿਰਹੜੀ ਰੰਗ ਨਵੇਲਾ ਹੋਏ। ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰਿਆ, ਪਿਆਰ ਪਾਲਾ। ਪਿਰਹੜੀ ਦਾ ਮਤਲਬ ਆ ਪਿਆਰ ਪਾਲਾ। ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾਲਾ। ਮਾਲਕ ਦੇ ਅੱਗੇ ਪਿਆਰ ਦੇ ਨਾਲ ਬੇਨਤੀ ਕਰਿਆ ਕਰ। ਤੇਰੇ ਅੰਦਰ ਜਿਹੜਾ ਹੈਗਾ ਭਗਤੀ ਦਾ ਰੰਗ ਚੜ੍ਹ ਜਾਏਗਾ ਪਿਆਰਿਆ, ਚੜ੍ਹ ਜਾਏਗਾ। ਹਾਂਜੀ ਵੀਰ ਜੀ। ਹੁਣ ਉਹ ਕਹਿੰਦੇ ਨੇ ਕਿ ਫਰੀਦਾ, ਜੇਕਰ ਬੰਦੇ ਨੇ ਜਵਾਨੀ 'ਚ ਕੋਈ ਧਰਮ ਦੀ ਗੱਲ ਨਹੀਂ ਕੀਤੀ, ਕੋਈ ਜੀਵਨ 'ਚ ਉਚਾਈ ਪ੍ਰਾਪਤ ਕਰਨ ਦੀ ਗੱਲ ਨਹੀਂ ਕੀਤੀ, ਤੇ ਫਿਰ ਹੁਣ ਸਰੀਰ ਕਮਜ਼ੋਰ ਹੋ ਗਿਆ। ਅੱਧਾ ਦਿਨ ਤੇ ਤੁਹਾਡਾ ਉੱਥੇ ਦਵਾਈ ਖਾਂ 'ਚ ਹੀ ਲੰਘ ਜਾਣਾ, ਜਾਂ ਡਾਕਟਰਾਂ ਕੋਲ ਜਾਂ ਹਸਪਤਾਲਾਂ 'ਚ ਇਲਾਜ। ਸਰੀਰ 'ਚ ਸ਼ਕਤੀ ਉਨੀ ਨਹੀਂ ਹੈਗੀ, ਔਰ ਹੌਲੀ ਹੌਲੀ ਕਮਜ਼ੋਰ ਹੋ ਰਿਹਾ। ਹੁਣ ਇਸ ਸਰੀਰ ਦੇ ਇੰਨੇ ਵਿਚਾਰੇ ਦੇ ਕਸ਼ਟ ਨੇ, ਔਰ ਫਿਰ ਤੁਸੀਂ ਮਾਲਾ ਫੜ ਲਓ, ਮਾਲਾ ਤੁਹਾਨੂੰ ਚੰਗੀ ਲੱਗੂਗੀ? ਕਿਉਂਕਿ ਸਰੀਰ ਦਾ ਦੁੱਖ ਨੇ ਤੇ ਰੌਲਾ ਪਾਇਆ, ਤੁਹਾਨੂੰ ਖੰਘ ਆਉਂਦੀ ਆ, ਤੁਸੀਂ ਕਹੋ ਮਾਲਾ ਜਪ ਲਓ, ਮਾਲਾ ਨਿੱਜਰ ਸਾਹਿਬ ਚੰਗੀ ਲੱਗੂਗੀ? ਨਾ ਬਿਲਕੁਲ ਨਹੀਂ। ਇਸ ਕਰਕੇ ਕਹਿੰਦੇ ਆ ਕਿ ਐਵੇਂ ਪੋਸਟਪੋਨ ਨਾ ਕਰ। ਜੋ ਵੀ ਕਰਨਾ ਨਾ, ਸਮਝ ਲੈ ਕਿ ਹੁਣੇ ਹੀ ਕਰ। ਤੇਰੇ ਮਨ ਦੇ ਅੰਦਰ ਇੱਕ ਪਲਾਨ ਹੈਗਾ ਕਿ ਮੈਂ ਬਾਅਦ 'ਚ ਕਰੂੰਗਾ। ਬਾਅਦ 'ਚ ਤੂੰ ਕੁਛ ਵੀ ਨਹੀਂ ਕਰਦਾ। ਤੂੰ ਦੇਖ ਆਪਣੀ ਜ਼ਿੰਦਗੀ ਤੇ, ਜਿਹਨੂੰ ਤੂੰ ਪੋਸਟਪੋਨ ਕੀਤਾ ਹੀ ਉਹ ਤੂੰ ਕੀਤਾ ਵੀ ਨਹੀਂ। ਕੇਵਲ ਉਹ ਅੰਦਰ ਮਨ ਨੂੰ ਖੁਸ਼ ਕਰਨ ਦੇ ਲਈ ਹਾਂ ਮੈਂ ਕਰਾਂਗਾ, ਨਾ ਨਹੀਂ ਕੀਤੀ।
ਕਰਾਂਗਾ, ਪਰ ਕਿਦੋਂ ਕਰੇਗਾ? ਕਿਹੜੀ ਚਾਨਣੀ ਦੀਵਾਲੀ ਨੂੰ ਕਰਨਾ ਹੈ? ਕਹਿੰਦੇ ਜੋ ਵੀ ਕਰਨਾ ਹੈ ਨਾ, ਆਪਣੇ ਕੋਲ ਸਮਾਂ ਹੈਗਾ ਹੁਣ, ਕਿਉਂਕਿ ਜੋ ਅਸੀਂ ਕਰ ਰਹੇ ਹਾਂ ਨਾ, ਹੋਣਾ ਉਹੀ ਆ। ਤੁਸੀਂ ਨਹੀਂ ਕਰੋਗੇ ਤੇ ਨਹੀਂ ਹੋਵੇਗਾ। ਆ ਧਾਰਮਿਕ ਗ੍ਰੰਥ ਸਾਨੂੰ ਸਮਝਾ ਕੇ ਉਹ ਕਹਿੰਦੇ ਨੇ ਕਿ ਏਦਾਂ ਕਰ ਕਿ ਆਤਮਾ ਰੂਪੀ ਸਰੋਵਰ ਦੇ ਵਿੱਚੋਂ ਪਾਣੀ ਪੀ ਲਓ, ਤੁਹਾਡੀ ਪਿਆਸ ਮੁੱਕ ਜੇਗੀ, ਤੁਸੀਂ ਸੰਤੁਸ਼ਟ ਹੋ ਜਾਓਗੇ, ਤੁਸੀਂ ਤ੍ਰਿਪਤ ਹੋ ਜਾਓਗੇ। ਇਹ ਕੇਵਲ ਸਾਨੂੰ ਇਸ਼ਾਰਾ ਕਰਕੇ ਉੱਥੇ ਲੈ ਕੇ ਜਾ ਰਹੀ ਹੈ। ਪਾਣੀ ਪੀਣਾ ਨਹੀਂ ਪੀਣਾ ਇਹਦੇ ਲਈ ਸਾਨੂੰ ਮਜਬੂਰ ਨਹੀਂ ਕਰ ਸਕਦੀ। ਤੇ ਅਸੀਂ ਕਹਿੰਦੇ ਨਹੀਂ ਜੀ ਅਸੀਂ ਥੋੜੇ ਬੁੱਢੇ ਹੋਵਾਂਗੇ ਤੇ ਫਿਰ ਪੀਵਾਂਗੇ। ਉਹ ਕਹਿੰਦੇ ਇਹ ਤੇ ਗਲਤ ਫਹਿਮੀ ਹੈ, ਕਿਉਂਕਿ ਏਦਾਂ ਦਾ ਆਉਣਾ ਹੀ ਨਹੀਂ ਆ ਟਾਈਮ। ਮੁੜ ਕੇ ਤੇਰੇ ਹੋਰ ਸਵਾਲ, ਤੇਰੇ ਹੋਰ ਮਸਲੇ ਖੜੇ ਹੋ ਜਾਣੇ। ਹਾਂਜੀ ਨਹੀਂ ਦੱਸਾਂ ਅੱਗੇ ਹੁਣ ਤੀਸਰੀ ਪਾਤਸ਼ਾਹੀ ਜਿਹੜੀ ਹੈਗੀ ਆ ਉਹ ਇਸ ਨੂੰ ਡਿਸਕਸ ਕਰ ਰਹੇ। ਕਹਿੰਦੇ ਫਿਰ ਤਾਂ ਜਿਹੜੇ ਹੈਗੇ ਜਿਹੜੇ ਬੁੱਢੇ ਵਿਚਾਰੇ ਕੀ ਕਰਨਗੇ। ਹੁਣ ਤੀਸਰੀ ਪਾਤਸ਼ਾਹੀ ਉਹਨਾਂ ਦੇ ਵਾਸਤੇ ਆ ਸ਼ਲੋਕ ਲਗਾਇਆ। ਇਹਦੇ ਵਿੱਚ ਦੇਖੋ ਪੰਜਵੀਂ ਪਾਤਸ਼ਾਹੀ ਨੇ ਆ ਫਰੀਦ ਜੀ ਦੇ ਸ਼ਬਦਾਂ ਦੇ ਵਿੱਚ ਆ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਲਗਾਇਆ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਕਹਿੰਦੇ ਕਾਲੀ ਧੌਲੀ ਜਿਹੜਾ ਹਮੇਸ਼ਾ ਹੀ ਕਹਿੰਦੇ ਮਾਲਕ ਦੇ ਵੱਲ ਹੋ ਸਕਦਾ ਹੈ ਭਾਈ। ਚਿੱਤ ਤੇਰਾ ਕਰਨਾ ਪੈਣਾ, ਚਿੱਤ ਦੇ ਵਿੱਚ ਉਸ ਪਾਸੇ ਨੂੰ ਆਪਣੇ ਚਿੱਤ ਨੂੰ ਲੈ ਕੇ ਜਾਣਾ ਪੈਣਾ ਹੈ। ਦੇਖ ਆਪਣੀ ਸੁਰਤ ਨੂੰ ਮੋੜਨਾ ਪੈਣਾ ਹੈ ਮਾਲਕ ਦੇ ਵੱਲ ਨੂੰ। ਕਾਲੀ ਧੌਲੀ ਉਹ ਮਾਲਕ ਪਰਮਾਤਮਾ ਹਮੇਸ਼ਾ ਜਿਹੜਾ ਹੈਗਾ ਆਪਾਂ ਉਹਦੇ ਵੱਲ ਨੂੰ ਗਤੀ ਕਰ ਸਕਦੇ ਹਾਂ। ਫਰੀਦਾ ਕਾਲੀ ਚਲੋ ਔਖਾ ਹੈਗਾ ਧੌਲੀ ਦੇ ਵਿੱਚ, ਪਰ ਕਹਿੰਦੇ ਆ ਗਤੀ ਕਰ ਸਕਦੇ ਹਾਂ ਆਪਾਂ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚੈ ਸਭ ਕੋਏ। ਕਹਿੰਦੇ ਇਹ ਜਿਹੜਾ ਹੈਗਾ ਪਿਆਰ ਜਿਹੜਾ ਹੈਗਾ ਤੇਰਾ ਆਪਣਾ ਲਾਇਆ ਨਹੀਂ ਲੱਗਣਾ ਪਿਆਰਿਆ। ਤੂੰ ਤਾਂ ਸਿਰਫ ਜਿਹੜਾ ਹੈਗਾ ਉਦਮ ਕਰਨਾ ਆ, ਉਦਮ ਕਰਨਾ ਹੈ ਬਸ। ਉਹ ਮਾਲਕ ਪਰਮਾਤਮਾ ਨੇ ਆਪਣੇ ਆਪ ਤੇਰੇ ਨਾਲ, ਤੇਰੇ ਅੰਦਰ ਜਿਹੜਾ ਹੈਗਾ ਅੱਗੇ ਦੀ ਕਾਰਵਾਈ ਮਾਲਕ ਨੇ ਆਪੇ ਕਰ ਦੇਣੀ ਹੈ। ਤੂੰ ਤਾਂ ਉੱਠਣਾ ਹੈ, ਉੱਠ ਕੇ ਉਦਮ ਕਰਨਾ ਹੈ ਬਸ। ਉਹ ਬਾਰ-ਬਾਰ ਆਪਾਂ ਕਹਿੰਦੇ ਹੁੰਦੇ ਉਹ ਚਿੜੀ ਵਾਂਗੂ ਜਿਹੜਾ ਹੈਗਾ ਵੀ ਜੰਗਲ ਨੂੰ ਅੱਗ ਲੱਗੀ ਹੈ, ਚਿੜੀ ਜਿਹੜੀ ਹੈਗੀ ਜਾ ਕੇ ਚੁੰਝ 'ਚ ਪਾਣੀ ਲਿਆ ਕੇ ਬੁਝਾਉਣ ਦਾ। ਚਿੜੀ ਉੱਠੀ ਆ ਤੇ ਚੁੰਝ ਭਰ ਕੇ ਲਿਆ ਰਹੀ ਆ, ਬਸ ਆਹੀ ਆਪਾਂ ਨੇ ਕਰਨਾ ਹੈਗਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈਂ ਦੇ। ਕਹਿੰਦੇ ਤਾਂ ਮਾਲਕ ਪਰਮਾਤਮਾ ਦਾ ਪਿਰਮ ਪਿਆਲਾ ਹੈਗਾ, ਖਸਮ ਦਾ ਹੈਗਾ ਪਿਆਰ। ਇਹ ਜਿਹੜੀ ਗੇਮ, ਇਹ ਖੇਡ ਕਹਿੰਦੇ ਇਹਦੇ ਵਾਸਤੇ ਬਸ ਤੂੰ ਜਿਹੜਾ ਹੈਗਾ ਆਪਣੇ ਵੱਲੋਂ ਉਦਮ ਕਰ ਲਾ ਪਿਆਰਿਆ। ਜੇ ਤੈਨੂੰ ਜਿਹੜਾ ਹੈਗਾ ਇਸ ਪਾਸੇ ਜਾਣ ਦੀ ਤੇਰੇ ਅੰਦਰ ਇੱਛਾ ਜਾਗ ਗਈ ਤੇ ਮਾਲਕ ਪਰਮਾਤਮਾ ਨੇ ਆਪੇ ਮਿਹਰ ਕਰ ਦੇਣੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਤੌਰ ਤੇ ਆਪਾਂ ਕਿਸੇ ਉਮਰੇ ਵੀ ਸਕਦੇ ਹਾਂ। ਜਿਹੜਾ ਪਹਿਲਾਂ ਸਮਝਾਇਆ ਉਹ ਕੇਵਲ ਸਾਡੇ ਮਨ ਦੀ ਚਲਾਕੀ ਸਮਝਾਈ ਕਿ ਮਨ ਤੇਰਾ ਕਹਿੰਦਾ ਕਿ ਥੋੜਾ ਜਿਹਾ ਬੁੱਢਾ ਹੋ ਕੇ ਕਰੂੰਗਾ, ਪਰ ਕਹਿੰਦੇ ਹੁਣ ਤੇ ਤੇਰੀ ਦਾੜੀ ਵੀ ਪੂਰੀ ਹੋ ਗਈ, ਤੂੰ ਕਿਤੋਂ ਤੁਰਨਾ ਹੈ? ਨਹੀਂ, ਆਪਾਂ ਨੂੰ ਪਤਾ ਹੈ ਗੋਰਖੀ ਸਾਹਿਬ ਕਿ ਆਪਾਂ ਨੇ ਬੁੱਢੇ ਹੋਣਾ ਹੈ, ਗਾਰੰਟੀ ਹੈ। ਹਾਂ ਉਹ ਤੇ ਉਹ ਫਰੀਦ ਸਾਹਿਬ ਤੇ ਉਹ ਕਹਿੰਦੇ ਨਾ ਕਿ ਬਈ ਕਿ ਤੇਰੇ ਮਨ ਨੇ ਤੇਰੇ ਨਾਲ ਚਲਾਕੀ ਚੱਲਣੀ ਆ ਔਰ ਤੂੰ ਉਸ ਕੰਮ ਨੂੰ ਪੋਸਟਪੋਨ ਕਰੀ ਜਾ ਰਿਹਾ। ਅੱਜ ਕਰੂੰਗਾ, ਕੱਲ ਕਰੂੰਗਾ, ਪਰਸੋਂ ਕਰੂੰਗਾ, ਏਦਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਕੱਢ ਲਿਆ ਤੇ ਕਹਿੰਦੇ ਹੁਣ ਤੇ ਤੇਰੀ ਦਾੜੀ ਵੀ ਚਿੱਟੀ ਹੋ ਗਈ ਹੈ। ਪਰ ਇੱਕ ਗੱਲ ਯਾਦ ਰੱਖੀ, ਆਉਣ ਵਾਲੇ ਸਮੇਂ 'ਚ ਤੂੰ ਏਦਾਂ ਕਰ ਪਾਏਗਾ ਨਹੀਂ ਹੋਣਾ। ਕੋਈ ਗੱਡੀ ਨੂੰ ਹੌਲੀ ਦੇਖੋ, ਗੱਡੀ ਨੂੰ ਮੋੜਨਾ ਹੋਵੇ ਤੇ ਥੋੜਾ ਥੋੜਾ ਘੱਟ ਕੱਟੋਗੇ ਤੇ ਫੇਰ ਹੀ ਮੁੜੀਓ। ਹੁਣ ਤੁਸੀਂ ਕੋਈ ਇੱਕਦਮ ਮੋੜ ਦੂੰਗਾ, ਕਿੱਦਾਂ ਮੁੜੂਗੀ ਦੱਸੋ? ਇਹ ਤਾਂ ਥੋੜਾ ਥੋੜਾ ਤੁਹਾਨੂੰ ਸੜਕ ਦੇ ਹਿਸਾਬ ਨਾਲ ਘੱਟ ਮੋੜਨਾ ਪੈਣਾ। ਜੀਵਨ ਇੱਕ ਸੜਕ ਆ। ਹੁਣ ਤੁਸੀਂ ਵੇਖ ਲਓ ਕਿ ਕੱਟ ਕਦੋਂ ਮੋੜਨਾ। ਕੋਈ ਗੱਡੀ ਮੋੜਨੀ ਆ ਵਾਪਸ ਨੂੰ, ਬਿਲਕੁਲ ਜਿਹੜੀ ਸਾਈਡ ਤੇ ਤੁਸੀਂ ਜਾ ਰਹੇ ਜੋ ਉਧਰੋਂ ਮੋੜਨੀ ਆ। ਇਹ ਕਿਸੇ ਉਮਰ 'ਚ ਮੋੜ ਲਓ, ਮੈਂ ਤੇ ਕਹਿੰਦਾ ਹੁਣ ਮੋੜ ਲਓ ਜਾਂ ਬਾਅਦ 'ਚ ਮੋੜ ਲਓ, ਗੱਡੀ ਮੋੜਨੀ ਆ। ਬਾਅਦ ਦੀ ਗਾਰੰਟੀ ਨਹੀਂ ਹੈ ਨਾ ਗੋਰਖੀ ਸਾਹਿਬ, ਬਾਅਦ ਦੀ ਗਾਰੰਟੀ ਹੈ ਨਹੀਂ ਨਾ। ਹੁਣ ਆ ਤਾਂ ਆਪਣੇ ਕੋਲ ਤਾਂ ਆਹੀ ਪਲ ਹੈਗਾ, ਬਾਅਦ ਦੀ ਕੀ ਗਾਰੰਟੀ ਆ? ਹਾਂ ਨੇਜਾ ਸਾਹਿਬ ਉਹ ਤੇ ਹੈਗਾ, ਪਰ ਗੱਡੀ ਸੜਕ ਜਿਹੜੀ ਹੈ, ਸੜਕ ਤੇ ਜਿੱਧਰ ਜਾ ਰਹੇ ਆ ਉਧਰੋਂ ਮੋੜਨੀ ਹੈ। ਬਿਲਕੁਲ ਮੋੜਨੀ ਪੈਣੀ ਹੈ, ਬਿਲਕੁਲ ਮੋੜਨੀ ਪੈਣੀ। ਉਹ ਤਾਂ ਹੈ ਜਦ ਮਰਜੀ ਆਪਾਂ ਨੂੰ ਮੋੜ ਕੇ ਹੀ ਗੱਲ ਬਣਨੀ ਆ। ਇਹ ਤੁਹਾਡੀ ਗੱਲ ਬਿਲਕੁਲ 100% ਸਹੀ ਹੈ। ਹਾਂ ਭਾਵੇਂ ਹੁਣੇ ਮੋੜ ਲਓ ਤੇ ਭਾਵੇਂ 100 ਸਾਲ ਬਾਅਦ ਮੋੜ ਲਓ। ਬਸ 100 ਸਾਲ ਕੀ, ਜਿੰਨੇ 100 ਜਨਮਾਂ ਬਾਅਦ ਮੋੜ ਲਿਓ।
ਉਹ ਜਿਹੜੀ ਉਹ ਮੋੜਿਆ ਬਿਨਾਂ ਤੁਹਾਡਾ ਕੰਮ ਨਹੀਂ ਜੇ ਰੁਕਣਾ। ਹੁਣ ਬਿਲਕੁਲ ਤੁਹਾਡੇ ਅੰਦਰ ਜੀਵ ਹੈ, ਵੇਖੋ ਉਹ ਕਿਤੇ ਬੁੱਢਾ ਹੁੰਦਾ, ਵੇਖੋ ਬਿਲਕੁਲ ਨਹੀਂ ਹੁੰਦਾ ਜੀ। ਬੁੱਢਾ ਕਿੱਥੇ ਉਹ ਤੇ ਉਸੇ ਤਰ੍ਹਾਂ ਜਵਾਨ ਹੈ, ਉਹ ਨਹੀਂ ਬੁੱਢਾ ਹੁੰਦਾ। ਆਪਾਂ ਨੇ ਠੀਕ ਹੈ ਜੀ, ਅੱਗੇ ਚਲੇ। ਆਪਾਂ ਨੇ ਗੋਰਖੀ ਸਾਹਿਬ ਦੇਖੋ, ਆਪਾਂ ਨੇ ਜਦ ਦੀ ਪਰਮਾਤਮਾ ਨੇ ਦੁਨੀਆ ਬਣਾਈ ਹੈ, ਜੀਵ ਜਿਹੜਾ ਹੈਗਾ ਉਦੋਂ ਦਾ ਗਤੀ ਕਰ ਰਿਹਾ ਹੈ ਭਾਈ। ਔਰ ਦੇਖ ਲਓ ਸਾਰੇ ਜਿਹੜਾ ਹੈਗਾ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਸਾਰੇ ਆਪਾਂ ਨੇ ਪਤਾ ਨਹੀਂ ਕਿੰਨੀ ਕਿੰਨੀ ਵਾਰੀ ਘੁੰਮ ਚੁੱਕੇ ਹਾਂ। ਜਦ ਤੱਕ ਮਾਲਕ ਦੀ ਦੁਨੀਆ ਚੱਲਦੀ ਹੈਗੀ, ਜਦ ਤੱਕ ਉਹ ਦੁਨੀਆ ਨਹੀਂ ਸਮੇਟਦਾ, ਆਪਾਂ ਉਨੀ ਦੇਰ ਤੱਕ ਹੈਗੇ ਆ ਬਸ। ਇਸ ਕਰਕੇ ਭਾਈ ਨਹੀਂ ਇੱਛਾ ਹੈਗੀ ਤੇ ਘੁੰਮੀ ਜਾਓ, ਫਿਰ ਲਓ ਆਨੰਦ। ਨਿੱਜਰ ਸਾਹਿਬ, ਜਿਹੜੀ ਆਪਾਂ ਇੰਨੇ ਪੁਰਾਣੇ ਆ, ਹਾਂ ਇਹ ਧਰਤੀਆਂ, ਸੂਰਜ, ਚੰਦ, ਤਾਰੇ ਵੀ ਨਹੀਂ। ਬਿਲਕੁਲ ਸਹੀ ਗੱਲ ਆ। ਬਹੁਤ ਪੁਰਾਣੇ, ਬਹੁਤ ਬਹੁਤ ਜਨਮ ਵਿਛੜੇ ਤੇ ਮਾਧੋ। ਇਹ ਜਨਮ ਤੁਹਾਰੇ ਦੇਖੇ। ਬਿਲਕੁਲ ਬੜਾ ਪੁਰਾਣਾ ਬੰਦਾ ਆਪਣੇ ਨਾਲ ਰਹਿੰਦਾ, ਜਿਹੜਾ ਅੰਦਰ ਜੀਵ ਹੈਗਾ, ਬੜਾ ਪੁਰਾਣਾ, ਬਹੁਤ ਪੁਰਾਣਾ। ਪਤਾ ਨਹੀਂ ਕਿੰਨੇ ਯੁੱਗ, ਕਈ ਉਹ ਕਹਿੰਦੇ ਕਿੰਨੇ ਵਿਸ਼ਨੂੰ ਆਏ, ਕਿੰਨੇ ਬ੍ਰਹਮੇ ਆਏ। ਬਿਲਕੁਲ ਬਹੁਤ ਪੁਰਾਣਾ, ਔਰ ਇਹ ਪੁਰਾਣਾ ਤੁਰੇ ਹੀ ਜਾਂਦਾ। ਔਰ ਇੰਨੇ ਨਹੀਂ ਜੋ ਸ਼ਾਂਤ ਹੋਣਾ, ਇਹ ਕਈ ਵਾਰੀ ਦਾੜੀ ਚਿੱਟੀ ਹੋਈ ਹੈ ਜੀ। ਠੀਕ ਹੈ ਜੀ, ਅੱਗੇ ਚੱਲੀਏ। ਦੇਖ ਲਓ ਹਾਲੇ ਸਬਜੈਕਟ ਚੱਲੀ ਜਾ ਰਿਹਾ ਗੋਰਖੀ ਸਾਹਿਬ, ਕਮਾਲ ਦਾ ਸਬਜੈਕਟ ਹੈਗਾ। ਨਾਲੇ ਪਤਾ ਕੀ ਆ ਕਿ ਉਹ ਬਾਰ-ਬਾਰ ਪੱਕੀ ਗੱਲ ਕਰ ਰਿਹਾ ਕਿ ਕਨਫਿਊਜ਼ਨ ਕ੍ਰੀਏਟ ਨਾ ਹੋਵੇ। ਫਰੀਦਾ ਨੀਂਦ ਬੜੀ ਗਹਿਰੀ ਹੈ ਨਿੱਜਰ ਸਾਹਿਬ, ਨੀਂਦ ਬਹੁਤ ਗਹਿਰੀ ਹੈ ਨਾ। ਬਿਲਕੁਲ ਬਿਲਕੁਲ। ਜਿਹਦੇ ਵੇਖੋ ਛੋਟੇ ਬੱਚੇ ਨੂੰ ਉਠਾਈਏ ਨਾ ਤੇ ਇੱਕ ਵਾਰੀ ਹਿਲਾਇਆ ਨਹੀਂ ਉੱਠਦਾ। ਇਸੇ ਕਰਕੇ ਇਹ ਬਾਣੀ ਸਾਨੂੰ ਬਾਰ-ਬਾਰ ਹਿਲਾ ਕੇ ਠਾਉਂਦੀ ਹੈ ਕਿ ਉੱਠ ਉੱਠ, ਕਿਉਂਕਿ ਉਹ ਵੇਖਿਆ ਨੀ ਮਸ਼ਹੂਰੀਆਂ ਰਿਪੀਟ ਕਰਦੇ ਟੀਵੀ ਤੇ ਬਾਰ-ਬਾਰ ਕਿ ਫਲਾਨਾ ਸਾਬਣ ਲਓ, ਫਲਾਨਾ ਤੌਲੀਆ ਖਰੀਦੋ, ਫਲਾਨੀ ਕਾਰ ਖਰੀਦੋ, ਫਲਾਨਾ ਟੀਵੀ ਖਰੀਦੋ, ਬਾਰ-ਬਾਰ ਸਮਝਾਉਂਦੇ ਨੇ। ਫਿਰ ਇੱਕ ਸਮਾਂ ਆਉਂਦਾ ਹੈ, ਆਪਾਂ ਜਦੋਂ ਦੁਕਾਨ ਤੇ ਜਾਂਦੇ ਹਾਂ, ਕਹਿੰਦੇ ਉਹ ਫਲਾਨੀ ਚੀਜ਼ ਚਾਹੀਦੀ ਸਰ। ਇਸੇ ਕਰਕੇ ਵੀ ਫਰੀਦ ਸਾਹਿਬ ਵੀ ਬਾਰ-ਬਾਰ ਸਾਡੇ ਦਿਮਾਗ 'ਚ ਉਹ ਗੱਲ ਪਾਉਂਦੇ ਨੇ ਕਿ ਇਹ ਬੰਦਾ ਬੜਾ ਬੇਹੋਸ਼ ਆ, ਇੱਕ ਦੋ ਵਾਰੀ ਕਿਹਾ ਸੁਣਨਾ ਨਹੀਂ, ਇਸ ਕਰਕੇ ਇਹਨੂੰ ਕਾਫੀ ਵਾਰਿਆ ਕਿਹਾ ਜਾਵੇ। ਹਾਂਜੀ ਨਜਰ ਸਾਹਿਬ। ਅੱਗੇ ਫਰੀਦ ਜੀ ਕਹਿੰਦੇ ਦੇਖ ਹੁਣ ਤੂੰ ਜਿਹੜਾ ਹੈਗਾ ਨਾ, ਤੂੰ ਸੋਚਦਾ ਹੈ ਕਿ ਮੈਂ ਆਹ ਸਰੀਰ ਹੈਗਾ, ਇੰਨਾ ਸੋਹਣਾ ਸਰੀਰ ਹੈ, ਤੈਨੂੰ ਇਹ ਆਪਣੇ ਸਰੀਰ ਦੇ ਨਾਲ ਇੰਨਾ ਪਿਆਰ ਹੈ, ਇੰਨੀ ਖਿੱਚ ਹੈਗੀ ਤੈਨੂੰ ਇਹ ਸਰੀਰ ਦੇ ਨਾਲ, ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਭਾਈ। ਕਹਿੰਦੇ ਮੈਂ ਇਹ ਸਰੀਰ ਦਾ ਤਾਂ ਮੈਂ ਤਾਂ ਕਹਿੰਦੇ ਹੋਰ ਹੀ ਕੋਈ ਇਹਦਾ ਜਿਹੜਾ ਹੋਰ ਕੁਛ ਹੀ ਇਹਦਾ ਦੇਖ ਲਿਆ, ਇਹ ਸਰੀਰ ਦਾ ਜਿਹੜਾ ਹੈਗਾ। ਨੈਕਸਟ ਆਪਾਂ ਨੂੰ ਦੱਸ ਰਹੇ ਆ ਫਰੀਦਾ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ। ਕਹਿੰਦੇ ਜਿਹੜੀਆਂ ਅੱਖਾਂ ਜਿਹੜੀਆਂ ਹੈਗੀਆਂ, ਇੰਨੀਆਂ ਸੋਹਣੀਆਂ ਸੋਹਣੀਆਂ ਅੱਖਾਂ ਵਾਲੇ ਬੰਦੇ ਜਿਹੜੇ ਹੈਗੇ, ਜਿਨ੍ਹਾਂ ਨੂੰ ਇੰਨੀਆਂ ਸੋਹਣੀਆਂ ਅੱਖਾਂ ਜਿਹੜੀਆਂ ਹੈਗੀਆਂ, ਕਹਿੰਦੇ ਉਹ ਅੱਖਾਂ ਦਾ ਮੈਂ ਹਾਲ ਦੇਖ ਲਿਆ ਭਾਈ। ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਟ। ਕਹਿੰਦੇ ਮੈਂ ਦੇਖੀਆਂ ਅੱਖਾਂ ਜਿਹੜੀਆਂ ਕੱਜਲ ਵੀ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕੱਜਲ ਦੀ ਰੇਖਾ ਵੀ ਨਹੀਂ ਸਹਿੰਦੀਆਂ ਸੀਗੀਆਂ। ਇੰਨੀਆਂ ਨਾਜ਼ੁਕ, ਇੰਨੀਆਂ ਸੋਹਣੀਆਂ ਅੱਖਾਂ ਜਿਹੜੀਆਂ ਸੀਗੀਆਂ। ਕਹਿੰਦੇ ਉਹ ਅੱਖਾਂ ਜਿਹੜੀਆਂ ਹੈ ਮੈਂ ਦੇਖੀਆਂ ਵੀ ਉਹ ਅੱਖਾਂ ਜਿਹੜੀਆਂ ਹੈ, ਮੁਰਦਾ ਜੇ ਕਦੀ ਜਿਹੜਾ ਨਾ ਕਬਰਸਤਾਨ ਤੋਂ ਮੁਰਦਾ ਕੱਢ ਕੇ ਦੇਖ ਲਓ, ਖੋਪੜੀ ਕੱਢ ਲਓ, ਅੱਖਾਂ ਨੂੰ ਦੇਖੋ ਜਾ ਕੇ, ਅਤੇ ਉਹਦੇ ਵਿੱਚੋਂ ਨਾ ਛੋਟੇ ਛੋਟੇ ਜਿਹੜੇ ਹੈਗੇ ਜਿਹੜੇ ਪੰਖੀ, ਜਿਹੜੇ ਪੰਖ ਵਾਲੇ ਜਿਹੜੇ ਹੈਗੇ ਜੀਵ ਉੱਡਦੇ ਆ ਉੱਥੋਂ, ਔਰ ਉਹਨਾਂ ਦੇ ਦੇਖੋ ਕਿੰਨੇ ਚਿੱਟੇ ਚਿੱਟੇ ਆਂਡੇ ਪਏ ਹੁੰਦੇ ਉਹਦੇ ਵਿੱਚ। ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਟ। ਕਹਿੰਦੇ ਦੇਖ ਉਹਦੇ ਵਿੱਚ ਤਾਂ ਕਿੰਨੇ ਖੰਭਾਂ ਵਾਲੇ ਜਿਹੜੇ ਹੈ, ਉਹਨਾਂ ਨੇ ਪਤੰਗੀਆਂ ਨੇ ਕਿੰਨਿਆਂ ਨੇ ਆਂਡੇ ਦਿੱਤੇ ਹੋਏ ਆ, ਕਿੰਨੇ ਸੂਰ ਹੈ ਉਹਦੇ ਵਿੱਚ। ਉਹੀ ਅੱਖਾਂ ਹੈਗੀਆਂ ਪਿਆਰਿਆ, ਉਹੀ ਅੱਖਾਂ ਹੈਗੀਆਂ। ਹਾਂਜੀ ਵੀਰ ਜੀ। ਹਾਂਜੀ ਸਹੀ ਹੈ ਜੀ। ਮੈਂ ਨਾ ਆਪਣੇ ਸਹੁਰੇ ਜਾਂਦਾ, ਪਹਿਲਾਂ ਵੀ ਗੱਲ ਕੀਤੀ ਆਪਣੀ, ਉੱਥੇ ਬਜ਼ੁਰਗ ਨੇ ਸ਼ਰੀਕਿਆਂ ਦੇ ਵਿੱਚੋਂ ਹੀ ਆ, ਤੇ ਉਹ ਬੰਦਾ ਕਾਫੀ ਪਾਵਰਫੁਲ ਸੀ, ਨਾਂ ਸੀ ਉਹਦਾ। ਮੁੜ ਕੇ ਮੈਂ ਵੇਖਿਆ ਵਿਚਾਰੇ ਨੂੰ ਨਾ, ਉੱਥੇ ਸਾਹਮਣੇ ਰੂੜੀ ਦੇ ਲਾਗੇ ਮੰਜਾ ਡਾਇਆ, 9-10 ਵੱਜ ਜਾਂਦੇ, ਉਹ ਮੰਜਾ ਚੁੱਕਦੇ ਹੀ ਨਹੀਂ, ਉਹਨੂੰ ਉੱਥੇ ਬੈਠਾ ਰਹਿੰਦਾ, ਮੱਛਰ ਲੜਦੇ ਆ। ਬੜਾ ਮੈਂ ਵੇਖ ਕੇ ਹੈਰਾਨ ਹੋਇਆ, ਪਹਿਲਾਂ ਇਹ ਬੰਦੇ ਦੀ ਤੂਤੀ ਬੋਲਦੀ ਨਹੀਂ ਇੱਕ ਟਾਈਮ ਸੀ, ਅੱਜ ਉੱਥੇ ਉਹ ਕਿੰਨੀ ਸਰੀਰ ਚ ਸ਼ਕਤੀ ਨਹੀਂ ਹੈਗੀ, ਬਿਲਕੁਲ ਨਹੀਂ ਹੈ। ਉੱਥੇ ਬੈਠਾ ਉਹਨੂੰ ਸਹਾਰਾ ਚਾਹੀਦਾ ਚੁੱਕ ਕੇ ਅੰਦਰ ਲਿਆਉਣ ਵਾਸਤੇ।
ਔਰ ਉਹਦੀ ਸੁਣਦਾ ਕੋਈ ਨਹੀਂ ਪਿਆ। ਪੈੜੀ ਉਹਦੀ ਆ, ਮੇਰਾ 20-25 ਕਿੱਲੇ ਪੈੜੀ ਉੱਥੇ ਪਿੰਡ ਉਹਦੀ। ਉਹ ਚਾਹਵੇ ਤੇ 5-7 ਨੌਕਰ ਆ ਸਕਦਾ ਹੈ, ਪਰ ਵੇਖੋ ਕਿੱਥੇ ਉਹਨੂੰ ਖੁੱਡੇ ਲਾਇਆ ਅਗਲੇ ਨੇ। ਤੂੰ ਕਹਿਣ ਤੋਂ ਭਾਵ ਹੈ ਕਿ ਜ਼ਿੰਦਗੀ ਆ ਮਰਨ ਤੋਂ ਬਾਅਦ ਤੇ ਹੈਗਾ ਹੀ, ਮੈਂ ਜਿਉਂਦੇ ਵੇਖੇ ਲੋਕੀ ਇਸ ਤਰ੍ਹਾਂ ਦਾ ਜੀਵਨ ਬਤੀਤ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ ਗੋਰਖੀ ਸਾਹਿਬ। ਇਹ ਤਾਂ ਬਹੁਤ ਬਹੁਤ ਜਿਹੜਾ ਹੈ ਨਾ ਆਮ ਹੈਗੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਆਮ ਗੱਲ ਹੈ ਇਹ, ਬਿਲਕੁਲ ਘਰ ਘਰ ਲੋਕੀ ਬਿਮਾਰ ਹੋ ਜਾਂਦੇ, ਲੋਕਾਂ ਦਾ ਥੱਲਾ ਨਹੀਂ ਥਲਦੇ ਤੇ ਸਾਈਡ ਹੀ ਗਲ ਜਾਂਦੀ ਹੈ ਉੱਥੇ। ਹਾਂ ਉਸੇ ਤਰ੍ਹਾਂ ਬਿਲਕੁਲ ਇਹ ਲੋਕ ਏਦਾਂ ਦੇ ਨੇ, ਤੁਹਾਡੇ ਲਾਗੇ ਵੀ ਘੁੰਮ ਰਹੇ, ਇਹ ਵੀ ਲੋਕ ਇਹੋ ਨੇ। ਇਹ ਉਹਨਾਂ ਦੇ ਪਿਓ ਨੇ, ਇਹ ਉਹਨਾਂ ਤੋਂ ਵੀ ਖਤਰਨਾਕ ਨੇ, ਪਰ ਉਹ ਸਾਡੀ ਐਨਕ ਲੈਂਦੀ ਨਹੀਂ। ਇਸੇ ਕਰਕੇ ਕਹਿੰਦੇ ਕਿ ਐਵੇਂ ਨਾ ਖਲਾਰਾ ਪਾ, ਕਿਉਂਕਿ ਮੋਹ ਆ, ਕਿਉਂਕਿ ਤੇਰੇ ਵਿੱਚੋਂ ਪੈਦਾ ਹੋ ਗਏ ਨੇ, ਪਰ ਇਹ ਜੋ ਤੂੰ ਇਹਨਾਂ ਨੂੰ ਪੈਦਾ ਨਹੀਂ ਕੀਤਾ, ਇਹ ਵੀ ਇੱਕ ਆਪਣੇ ਸਫ਼ਰ ਤੇ ਨਿਕਲੇ ਹੋਏ ਨੇ, ਇਹਨਾਂ ਵੀ ਕਿਤੇ ਜਾਣਾ ਵਾ। ਪਰ ਇਹਨਾਂ ਦੇ ਕਰਕੇ ਤੂੰ ਆਪਣਾ ਟਾਰਗੇਟ ਨਾ ਚੇਂਜ ਕਰੀ ਜਾ, ਕਿਉਂਕਿ ਪਲੇਟਫਾਰਮ ਤੇ ਕਿੱਦਾਂ ਲੋਕ ਮਿਲਦੇ ਨੇ, ਕਿੱਦਾਂ ਦੋਸਤੀਆਂ ਪੈ ਜਾਂਦੀਆਂ, ਫਿਰ ਆਪਾਂ ਨੂੰ ਦੱਸੀਦਾ ਵੀ ਵਾਹ ਫਲਾਨਾ ਟਿਮਕਾ ਅਸੀਂ ਆਵਾਂਗੇ। ਜਦੋਂ ਆਪਾਂ ਸਟੇਸ਼ਨ ਤੋਂ ਉਤਰ ਜਾਂਦੇ ਗੱਲ ਭੁੱਲ ਗਈ, ਉਹ ਗਈ ਜੱਜਾਂ ਦੇ ਤੁਹਾਨੂੰ ਕਿੰਨੀ ਵਾਰੀ ਬੰਦੇ ਮਿਲੇ ਆ, ਤੁਸੀਂ ਕਿੰਨੀ ਵਾਰੀ ਉਹਨਾਂ ਨੂੰ ਮਿਲ ਕੇ ਆਏ ਜੋ? ਨਹੀਂ, ਉਹ ਕੇਵਲ ਟਾਈਮ ਪੀਰੀਅਡ, ਛੋਟਾ ਜਿਹਾ ਰਿਸ਼ਤਾ ਬਣਿਆ, ਗੱਲਾਂ ਬਾਤਾਂ ਚੱਲੀਆਂ, ਵਿਚਾਰ ਰਲ ਗਏ, ਹੋ ਗਿਆ ਖਤਮ। ਇਹੋ ਹਿਸਾਬ ਸਾਡਾ ਇੱਥੇ ਵੀ ਇਹੋ ਕੁਝ ਹੀ ਹੈ। ਇਹ ਮੁਸਾਫਰਖਾਨਾ ਹੈ, ਲੋਕ ਆਉਂਦੇ ਨੇ, ਗੱਲਾਂ ਬਾਤਾਂ ਸਾਂਝੀਆਂ ਹੋ ਜਾਂਦੀਆਂ, ਪਿਆਰ ਪੈ ਜਾਂਦਾ ਹੈ, ਪਰ ਸਾਡਾ ਕੋਈ ਸਫ਼ਰ ਹੋ ਰਿਹਾ, ਇਹ ਹੋਰ ਕਿਸੇ ਸਫ਼ਰ ਤੇ ਨਿਕਲੇ ਨੇ। ਪਰ ਆਪਾਂ ਕੀ ਕਰਦੇ ਹਾਂ, ਇਹਨਾਂ ਦੇ ਸਫ਼ਰ ਤੇ ਜ਼ਿਆਦਾ ਜ਼ੋਰ ਲਾ ਦਿੰਦੇ ਆ, ਆਪਣਾ ਟਾਰਗੇਟ ਹੀ ਭੁੱਲ ਜਾਂਦੇ ਆ। ਹੁਣ ਤੁਸੀਂ ਆਪਣਾ ਟਾਰਗੇਟ ਭੁੱਲ ਜਾਓਗੇ ਤੇ ਫਿਰ ਕੀ ਹੋਊਗਾ? ਹੁਣ ਤੁਹਾਡੇ ਘਰ ਦੇ ਵਿੱਚ ਤੁਸੀਂ ਕੰਮ ਕਰਨਾ ਹੈ, ਤੁਹਾਡਾ ਕੰਮ ਆ, ਇਹ ਕੰਮ ਤੁਸੀਂ ਕਰਨਾ, ਤੁਸੀਂ ਕੀਤਾ ਨਹੀਂ, ਤੁਸੀਂ ਲੋਕਾਂ ਦੇ ਨਾਲ ਮਦਦ ਕਰਾਈ ਜਾਓ ਵੀ ਤੂੰ ਹੀ ਕਰ ਲਾ, ਵੇ ਫਲਾਨਿਆ ਤੂੰ ਹੀ ਕਰ ਲਾ, ਪਰ ਤੁਹਾਡਾ ਕੰਮ ਤੇ ਉੱਥੇ ਖਲੋਤਾ। ਉਹ ਕੰਮ ਗੱਲਾਂ ਨਾਲ ਥੋੜੀ ਹੋ ਜਾਣਾ ਸੀ। ਹੁਣ ਤੁਸੀਂ ਉਹਨਾਂ ਨੂੰ ਕਹੋ ਕਿ ਮੇਰੇ ਨਾਲ ਆ ਕੇ ਕਰੋ, ਉਹ ਕਹਿੰਦੇ ਭਰਾ ਸਾਡਾ ਤੇ ਆਪ ਬੜਾ ਹੱਥ ਟੈਟ ਹੈ, ਤੁਸੀਂ ਆਪਾਂ ਮੈਨੇਜ ਕਰੋ। ਵੀ ਬਾਣੀ ਤਾਂ ਹੀ ਉਹ ਕਹਿੰਦੀ ਆਪਣੇ ਹੱਥੀ ਆਪਣਾ ਕਾਰਜ ਸਵਾਰੀਏ। ਜਸੋ ਕੀ ਤੁਕ ਹੈਗੀ, ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ। ਉਹ ਕਹਿੰਦੇ ਕਿ ਤੈਨੂੰ ਖੁਦ ਕਰਨਾ ਪੈਣਾ। ਹਾਂ, ਪਰ ਤੂੰ ਭੁੱਲ ਗਿਆ, ਤੂੰ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਕਰਦਾ ਰਿਹਾ, ਤੈਨੂੰ ਆਪਣੀ ਪੜ੍ਹਾਈ ਦਾ ਫਿਕਰ ਨਹੀਂ ਸੀ। ਬਾਣੀ ਤੇ ਕਹਿੰਦੀ ਤੂੰ ਪੜ੍ਹਨਾ ਸੀ। ਉਹ ਕਹਿੰਦਾ ਮੈਂ ਤੇ ਬਾਬਾ ਜੀ ਬਹੁਤ ਪੜ੍ਹਿਆ, ਮੈਂ ਤੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਿਆ, ਮੈਂ ਤੇ ਛੱਡਿਆ ਕੋਈ ਨਹੀਂ, ਡਿਗਰੀ ਕੋਈ ਨਹੀਂ ਛੱਡੀ। ਉਹ ਕਹਿੰਦੇ ਭੋਲਿਆ, ਉਹ ਤੇਰੇ ਜੀਵਨ ਨੂੰ, ਤੇਰੇ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਡਿਗਰੀਆਂ ਨੇ, ਤੇਰੀ ਆਤਮਾ ਦੀ ਇੱਕ ਅਲੱਗ ਐਜੂਕੇਸ਼ਨ ਸੀ, ਉਹ ਲੱਭਣਾ ਸੀ ਉੱਥੇ ਕੁਛ, ਤੇਰੇ ਜੀਵਨ ਦਾ ਮਕਸਦ। ਉਹ ਕਹਿੰਦੇ ਉਹ ਤੇ ਹੁਣ ਕਿਤਾਬਾਂ ਤੋਂ ਮੈਂ ਲੱਭ ਲਈਆਂ। ਉਹ ਕਹਿੰਦੇ ਕਿਤਾਬਾਂ 'ਚ ਤੇ ਲੱਭ ਹੀ ਲਏਗਾ, ਕਿਤਾਬਾਂ 'ਚ ਤੈਨੂੰ ਜਿਹੜਾ ਗਿਆਨ ਮਿਲਣਾ ਉਹ ਸੰਸਾਰ ਦਾ ਮਿਲਣਾ ਹੈ। ਸੰਸਾਰ 'ਚ ਕਿੱਦਾਂ ਰਹਿਣਾ ਹੈ, ਵੱਧ ਪੈਸੇ ਕਿੱਦਾਂ ਕਮਾਉਣੇ ਆ, ਵੱਡਾ ਘਰ ਕਿੱਦਾਂ ਬਣਾਉਣਾ ਹੈ, ਵੱਡੀ ਗੱਡੀ ਕਿੱਥੋਂ ਲੈਣੀ ਆ, ਵਧੀਆ ਖੁਰਾਕ ਕਿੱਦਾਂ ਖਾਣੀ ਹੈ, ਇਹ ਸਾਰਾ ਕੁਛ ਤੇਰੇ ਸਰੀਰ ਦਾ ਹੈ, ਤੇਰੇ ਸਰੀਰ ਦੇ ਲਈ ਹੈ। ਪਰ ਸਰੀਰ ਦੇ ਵਿੱਚੋਂ ਇੱਕ ਚੀਜ਼ ਨਿਕਲ ਜਾਣੀ ਆ, ਸਰੀਰ ਨੂੰ ਤੇਰੇ ਇਹਨਾਂ ਸਾੜ ਦੇਣਾ ਲੋਕਾਂ ਨੇ। ਇਹ ਇੱਕ ਅਲੱਗ ਮੈਟਰ ਆ, ਪਰ ਤੇਰੀ ਅਟੈਂਸ਼ਨ ਕੇਵਲ ਇੱਥੇ ਨਾ ਰਹਿ ਜੇ, ਆ ਜਿਹੜਾ ਪਦਾਰਥ ਆ, ਕਿਉਂਕਿ ਪਦਾਰਥ ਤੇ ਇਹ ਤੇ ਟੈਂਪਰੇਰੀ ਹੈ, ਇਹ ਬਦਲ ਰਿਹਾ ਹੈ। ਤੇਰੀ ਜਿਹੜੀ ਆ ਮੇਨ ਜਿਹੜੀ ਸੋਚ ਹੋਣੀ ਚਾਹੀਦੀ ਆ ਕਿ ਮੈਂ ਇਹਦੇ ਵਿੱਚ ਕੁਛ ਨਾ ਕੁਛ ਉਧਰ ਵੀ ਕਰਾਂ, ਤੇ ਫਿਰ ਓਕੇ ਰਿਪੋਰਟ ਹੈ, ਤੁਸੀਂ ਪਹੁੰਚ ਜਾਓਗੇ ਮੰਜ਼ਿਲ ਤੇ। ਜੇਕਰ ਸੋਚ ਇੱਥੇ ਹੀ ਆ, ਲੋਕਾਂ ਨੂੰ ਹੀ ਜੀਵਨ ਬਤੀਤ ਕਰਨਾ ਹੈ, ਤੇ ਫਿਰ ਕੱਢ ਲਓ, ਫਿਰ ਤੇ ਤੁਹਾਨੂੰ 1000 ਸਾਲ ਵੀ ਥੋੜੇ ਆ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਇਹੀ ਚੀਜ਼ ਫਰੀਦ ਜੀ ਅੱਗੇ ਕਹਿ ਰਹੇ ਆ ਗੋਰਖੀ ਸਾਹਿਬ ਅਗਲੇ ਸ਼ਲੋਕ ਦੇ ਵਿੱਚ। ਕਹਿੰਦੇ ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮਤੀ ਦੇਂਦਿਆਂ ਨਿੱਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੇ ਚਿੱਤ। ਕਹਿੰਦੇ ਮੈਂ ਤਾਂ ਥੱਕ ਗਿਆ ਫਰੀਦ ਜੀ, ਕਹਿੰਦੇ ਮੇਰੇ ਬੱਸ ਆ ਭਾਈ, ਮੈਂ ਦੇਖ ਲਓ ਹੁਣ ਇੰਨੀ ਕਹਿੰਦੇ ਮੈਂ ਮੱਤ ਦੇ ਲਈ, ਕੂਕ ਲਿਆ, ਕਹਿੰਦੇ ਇੰਨਾ ਚੀਕ ਕੇ ਮੈਂ ਉੱਚੀ ਕੂਕ ਕੇ ਜਿਹੜਾ ਹੈਗਾ ਚਾਂਗੇਂਦਿਆਂ ਕਹਿੰਦੇ ਆ ਚੰਗੀ ਮੱਤ ਦਿੰਦੇ ਨਿੱਤ ਮੈਂ ਦੇ ਰਿਹਾ ਚੰਗੀ ਮੱਤ, ਨਿੱਤ ਮੈਂ ਦੇ ਰਿਹਾ ਚੰਗੀ ਮੱਤ। ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿੱਤ ਕਹਿੰਦੇ ਆ ਮੈਂ ਚੰਗੀ ਮੱਤ ਦੇ ਰਿਹਾ ਆ। ਇਹ ਮਨ ਨੂੰ ਜਿਹੜਾ ਹੈਗਾ ਗੁਰਮਤ, ਗੁਰੂ ਦੀ ਮੱਤ, ਬ੍ਰਹਮ ਗਿਆਨ ਦਿੰਦਾ ਹੈ। ਕਹਿੰਦੇ
ਜੋ ਸ਼ੈਤਾਨ ਨੇ ਵੰਜਾਇਆ ਸੇ ਕਿਤ ਫੇਰੇ ਚਿੱਤ। ਕਹਿੰਦੇ ਜਿਹਨੂੰ ਜਿਹੜਾ ਹੈਗਾ ਸ਼ੈਤਾਨ ਜਿਹੜਾ ਹੈਗਾ, ਮਾਇਆ ਜਿਹੜੀ ਹੈਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਸਵਾਦ ਜਿਹੜੇ ਚੋਗਾ ਜਿਹੜਾ ਹੈਗਾ, ਚੋਗੇ ਨੇ ਜਿਹਨੂੰ ਖਰਾਬ ਕੀਤਾ ਹੋਇਆ ਆ, ਚੋਗੇ ਨੇ ਜਿਹਦਾ ਦਿਮਾਗ ਖਰਾਬ ਕੀਤਾ ਹੋਇਆ ਆ, ਸੇ ਕਿਤ ਫੇਰੇ ਚਿੱਤ। ਉਹ ਕਿੱਥੇ ਮੁੜਦੇ ਆ ਭਾਈ, ਕਿੱਥੇ ਗੱਡੀ ਮੋੜਦੇ ਆ। ਫਰੀਦ ਜੀ ਕਹਿੰਦੇ ਮੇਰੀ ਤਾਂ ਬੱਸ ਹੋ ਗਈ ਆ। ਹਾਂਜੀ ਗੋਰਖੀ ਸਾਹਿਬ। ਹਾਂ ਬਿਲਕੁਲ ਠੀਕ ਹੈ ਜੀ। ਤੇ ਉਹ ਬੜਾ ਮੁਸ਼ਕਲ ਹੈ ਗੱਡੀ ਨੂੰ ਮੋੜਨਾ, ਕਿਉਂਕਿ ਉਹ ਅਗਲੇ ਤੇ ਕਹਿੰਦੇ ਮਰ ਕੇ ਤੇ ਗੱਡੀ ਸਹੀ ਜਗ੍ਹਾ ਤੇ ਪਈ ਹੈ। ਬਿਲਕੁਲ। ਓਕੇ, ਕਿਸੇ ਬੰਦੇ ਦੀ ਰਿਟਾਇਰਮੈਂਟ ਆ ਜੇ ਨਾ ਲਾਗੇ ਤੇ ਉਹ ਕਹਿੰਦਾ ਨੌਕਰੀ ਤੇ ਵਧੀਆ ਸਰਕਾਰੀ ਤੇ ਲੱਗਿਆ ਸੀ, ਉਹਦਾ ਦਿਲ ਨਹੀਂ ਕਰਦਾ ਰਿਟਾਇਰ ਹੋਣ ਨੂੰ। ਨਹੀਂ ਯਕੀਨ ਤੇ ਕਿਸੇ ਰਿਟਾਇਰਮੈਂਟ ਵਾਲੇ ਬੰਦੇ ਨੂੰ ਪੁੱਛੋ ਭਾਈ ਤੂੰ ਖੁਸ਼ ਹੈ? ਉਹ ਕਹਿੰਦੇ ਕਿੱਥੇ ਖੁਸ਼ ਹੈ, ਵਾਵਾ ਦੁਕਾਨ ਚੱਲਦੀ ਹੈ ਇੱਥੇ ਤੇ ਪੈਸਾ ਬੜਾ ਬਣਦਾ ਹੈ, ਹੁਣ ਸਾਰਾ ਕੁਝ ਬੰਦ ਹੋ ਜਾਣਾ, ਪੈਨਸ਼ਨ ਆਊਗੀ ਥੋੜੀ ਜੀ। ਮੈਂ ਪੈਨਸ਼ਨ ਨਾਲ ਕਿੱਦਾਂ ਜੀਵਨ ਬਤੀਤ ਕਰਨਾ, ਮੈਂ ਤੇ ਪਹਿਲਾਂ ਤਨਖਾਹ ਲੈ ਕੇ ਨਹੀਂ ਸੰਤੁਸ਼ਟ ਹੁੰਦਾ ਸੀ। ਇਹੋ ਜਿਹਾ ਜੀਵਨ ਹੈ ਇਹ। ਸੋ ਏਦਾਂ ਦੀ ਗੱਲਾਂ ਬਾਤਾਂ ਹੈਗੀਆਂ। ਤੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਆਪਾਂ ਸਹੀ ਤਰੀਕੇ ਨਾਲ ਬਤੀਤ ਕਰੀਏ, ਚੰਗੇ ਤਰੀਕੇ ਨਾਲ, ਕਿਉਂਕਿ ਜਿਹੜੀ ਸਾਡੀ ਜਿਹੜੀ ਕਹਿੰਦੇ ਨਾ ਕਿ ਜਿਹੜੀ ਕੰਬਲੀ ਹੈ ਇਹਨੇ ਗੰਦੀ ਹੋਣਾ ਵਾ, ਤੇ ਆਪਾਂ ਇਹਨੂੰ ਗੰਦੀ ਹੋਣ ਤੋਂ ਰੋਕਣਾ। ਕਿਉਂ? ਕਿਉਂਕਿ ਜਿਹੜੀ ਗੰਦੀ ਕੰਬਲੀ ਲੈ ਕੇ ਜਾਵਾਂਗੇ ਨਾ ਉਹਦੀ ਕੀਮਤ ਨਹੀਂ ਆ। ਧਰਮਰਾਜ ਉੱਥੇ ਫੜ ਕੇ ਬਾਹਰ ਲੈਂਦਾ ਹੈ, ਕਹਿੰਦਾ ਆ ਜਾ ਇੱਥੇ ਬਹਿ ਜਾ। ਠੀਕ ਹੈ ਜੀ, ਨਜਰ ਸਾਹਿਬ ਅੱਗੇ ਅਜੇ ਇੱਕ ਹੋਰ ਲੈ ਲੈਂਦੇ ਆ, ਬਸ ਨਿਚੋੜ ਹੈ। ਫਰੀਦ ਜੀ ਜਿਹੜੀ ਗੱਲ ਲੈ ਕੇ ਚੱਲ ਰਹੇ ਉਹਦਾ ਨਿਚੋੜ ਦੇ ਰਹੇ ਅੱਗੇ। ਉਹ ਕਹਿੰਦੇ ਜੇ ਤੈਨੂੰ ਜਿਹੜਾ ਹੈਗਾ, ਹੁਣ ਮੈਂ ਤਾਂ ਇੱਕ ਗੱਲ ਤੇ ਇੱਕ ਨਿਸ਼ਕਰਸ਼ ਤੇ ਨਿਕਲਿਆ ਕਿ ਭਾਈ ਜਿਹੜੇ ਕਹਿੰਦੇ ਆ ਨਾ ਸਾਡਾ ਮਨ ਨਹੀਂ ਲੱਗਦਾ ਭਗਤੀ ਦੇ ਵਿੱਚ, ਸਾਡਾ ਦਿਲ ਨਹੀਂ ਕਰਦਾ, ਕਹਿੰਦੇ ਆ ਫਰੀਦ ਜੀ ਦੇ ਇੰਨੇ ਕੁ ਸ਼ਲੋਕ ਹੈਗੇ, ਇਹਨਾਂ ਨੂੰ ਜਰਾ ਚੰਗੀ ਤਰ੍ਹਾਂ ਵਿਚਾਰ ਲਿਆ ਕਰੋ ਰੋਜ਼, ਤੇ ਆਪਣੇ ਆਪ ਜਿਹੜਾ ਹੈਗਾ ਪਤੰਦਰ ਮੰਨ ਜਾਊਗਾ। ਤੇ ਹੁਣ ਜਿਹੜਾ ਹੈਗਾ ਫਰੀਦ ਜੀ ਕਹਿੰਦੇ ਆ ਕਿ ਜੇ ਤੇਰਾ ਮਨ ਮੰਨ ਗਿਆ ਨਾ, ਜੇ ਤੇਰਾ ਇਸ ਪਾਸੇ ਜਾਣ ਨੂੰ ਮਨ ਮੰਨ ਗਿਆ, ਤੂੰ ਗੱਡੀ ਮੋੜ ਲਈ ਆ, ਤੇ ਫਿਰ ਆ ਨੁਕਤਾ ਮੇਰਾ ਹੋਰ ਯਾਦ ਰੱਖ ਲਈ ਇੱਕ। ਫਰੀਦਾ ਥੀਓ ਪਵਾਹੀ ਦੱਬ। ਪਵਾਹੀ ਦੱਬ ਕਹਿੰਦੇ ਉਹ ਘਾਹ ਹੁੰਦਾ ਬਰੀਕ ਬਰੀਕ ਜਿਹੜਾ ਹੈਗਾ, ਉਹ ਬਿਲਕੁਲ ਵਧੀਆ ਜਿਹਾ ਨਰਮ ਜਿਹਾ ਘਾਹ ਹੁੰਦਾ, ਜਿਹੜਾ ਹੈਗਾ ਉਹ ਰਸਤੇ ਦੇ ਵਿੱਚ ਵੀ ਹੋ ਜਾਂਦਾ ਹੈ। ਉੱਥੋਂ ਫਿਰ ਜਿਹੜੇ ਹੈਗੇ ਪੰਡਿਤ ਵਗੈਰਾ ਜਿਹੜੇ ਆ ਪੂਜਾ ਕਰਨ ਵਾਲੇ ਜਿਹੜੇ ਆ, ਉਹ ਕਹਿੰਦੇ ਉਹਨੂੰ ਲੈ ਕੇ ਆਉਂਦੇ ਆ ਉਹ ਦੱਬ ਨੂੰ। ਉਹ ਦੱਬ ਜਿਹੜੇ ਹੈਗੇ ਉਹ ਵੀ ਪੂਜਾ ਦੇ ਵਿੱਚ ਆਈਟਮ ਹੈਗਾ ਇੱਕ। ਕਹਿੰਦੇ ਉਹੇ ਜਿਹਾ ਦੱਬ ਵਰਗਾ ਬਣ ਜੀ ਭਾਈ ਜੇ ਤੂੰ ਭਗਤੀ ਕਰਨੀ ਆ। ਦੇਖ ਤੂੰ ਜਿਹੜਾ ਹੈਗਾ ਉਹਦੇ ਵਾਂਗੂ ਨਾ ਹੋਈ ਕਿਤੇ ਜਿਹੜਾ ਬਾਂਸ ਵਾਂਗੂ ਸਿੱਧਾ ਜਿਹੜਾ ਹੈਗਾ ਨਹੀਂ ਝੁਕਣਾ। ਫਰੀਦਾ ਥੀਓ ਪਵਾਹੀ ਦੱਬ ਬਣ ਜੀ ਭਾਈ। ਜੇ ਸਾਈਂ ਲੋੜੈਂ ਸਭ, ਜੇ ਸਾਈਂ ਲੋੜਨ ਦੀ ਇੱਛਾ ਹੈਗੀ ਭਾਈ, ਜੇ ਆ ਦੁਨੀਆ ਦੇ ਵਿੱਚ ਤੇਰੇ ਅੰਦਰ ਉਹ ਮਾਲਕ ਪਰਮਾਤਮਾ ਦੇ ਨਾਲ ਮਿਲਣ ਦਾ ਜੇ ਤੇਰੇ ਅੰਦਰ ਤਾਂਘ ਹੈਗੀ ਆ, ਤੇਰੇ ਅੰਦਰ ਤੂੰ ਜੇ ਚਾਹੁੰਦਾ ਆ ਮਾਲਕ ਪਰਮਾਤਮਾ ਨੂੰ, ਜੇ ਸਾਈਂ ਲੋੜੈਂ ਸਭ ਦਾ ਮਤਲਬ ਹੈ ਵੀ ਸਾਰੀ ਦੁਨੀਆ ਸਾਈਂ ਲੋੜਦੀ ਹੈ ਨਾ। ਜੇ ਸਾਈਂ ਲੋੜੈਂ ਸਭ, ਜਿੱਥੇ ਤੂੰ ਘੁੰਮ ਰਿਹਾ ਆ ਚਾਰ ਛਪੇਰੇ ਮਾਲਕ ਹੈਗਾ, ਜੇ ਤੂੰ ਹਰ ਜਗ੍ਹਾ ਤੇ ਉਹ ਮਾਲਕ ਵਸਦਾ ਹੈ, ਜੇ ਉਹਨੂੰ ਲੋੜਦਾ ਹੈਗਾ, ਤੇਰੇ ਅੰਦਰ ਇੱਛਾ ਹੈਗੀ, ਤੂੰ ਗੱਡੀ ਮੋੜ ਲਈ ਹੈਗੀ, ਤੇ ਆਹ ਚੀਜ਼ ਯਾਦ ਰੱਖੀ ਪਿਆਰਿਆ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈਂ ਸਭ, ਜੇ ਤੂੰ ਲੋੜਦਾ ਆ ਉਸ ਮਾਲਕ ਨੂੰ ਜਿਹੜਾ ਹਰ ਜਗ੍ਹਾ ਤੇ ਵਸਿਆ ਹੋਇਆ ਆ। ਇੱਕ ਛਿਜੈ ਬੀਆ ਲਤਾੜੀਆਂ, ਤਾਂ ਸਾਈਂ ਦੇ ਦਰਵਾੜੀਆਂ। ਦੇਖ ਇੱਕ ਜਿਹੜੇ ਆਉਂਦੇ ਆ ਉਹ ਘਾਹ ਨੂੰ ਜਿਹੜਾ ਹੈਗਾ ਛਿੱਜਾ ਕਰ ਜਾਂਦੇ ਆ, ਘਾਹ ਨੂੰ ਜਿਹੜਾ ਹੈਗਾ ਉਹਦੇ ਚੋਂ ਘਾਹ ਨੂੰ ਤੋੜ ਕੇ ਲੈ ਜਾਂਦੇ ਆ, ਉੱਪਰੋਂ ਹੀ ਤੋੜ ਲੈਂਦੇ ਆ ਘਾਹ ਨੂੰ, ਦੱਬ ਨੂੰ ਤੋੜ ਲੈਂਦੇ ਆ। ਦੂਜੇ ਜਿਹੜੇ ਹੈਗੇ ਉੱਤੋਂ ਦੀ ਲੰਘ ਜਾਂਦੇ ਆ, ਤੇ ਘਾਹ ਵਿਚਾਰਾ ਕੁਛ ਨਹੀਂ ਕਹਿੰਦਾ ਭਾਈ, ਉਸ ਤਰ੍ਹਾਂ ਹੀ ਫਿਰ ਖੜਾ ਹੋ ਜਾਂਦਾ। ਇੱਕ ਛਿੱਜੈ ਬੀਆ ਕਹਿੰਦੇ ਦੂਜਾ, ਇੱਕ ਛਿੱਜੈ ਕੁਛ ਤੋੜ ਲੈਂਦੇ ਆ, ਬੀਆ ਲਤਾੜੀਆਂ ਕੁਛ ਲਤਾੜ ਜਾਂਦੇ ਆ ਭਾਈ। ਤਾਂ ਸਾਈਂ ਦੇ ਦਰਵਾੜੀਆਂ, ਤਾਂ ਜਾ ਕੇ ਤੂੰ ਕਬੂਲ ਹੋਏਗਾ ਪਿਆਰਿਆ। ਜੇ ਭਗਤੀ ਕਰੇਗਾ ਔਰ ਦੱਬ ਵਾਂਗੂ ਰਹੇਗਾ, ਬਿਲਕੁਲ ਜਿਹੜਾ ਹੈਗਾ ਤੇਰਾ ਪਤਾ ਹੀ ਨਹੀਂ ਲੱਗਣਾ ਚਾਹੀਦਾ ਪਿਆਰਿਆ, ਤਾਂ ਜਿਹੜਾ ਹੈਗਾ ਮਾਲਕ ਕਬੂਲ ਕਰ ਲਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨਿਮਰਤਾ ਦੀ ਗੱਲ ਕਰਦੇ ਨੇ ਉਹ। ਹਾਂ, ਉਹ ਕਹਿੰਦੇ ਨਿਮਰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰੋ। ਕਿਉਂ? ਕਿਉਂਕਿ ਉਹ ਜਿਹੜਾ ਤੇਰੀ ਹਉਮੈ ਉਹਦਾ ਮਰਨੀ ਨਹੀਂ ਆ। ਜੇ ਤੂੰ ਉਹਨੂੰ ਪੱਠੇ ਪਾਉਂਦਾ ਰਿਹਾ, ਉਹ ਤੇ ਅੱਗੇ ਬੜੀ ਪਾਵਰਫੁਲ ਹੈ। ਤੇ ਨਿਮਰਤਾ ਦੇ ਵਿੱਚ ਕੀ ਹੋਊਗਾ? ਤੁਸੀਂ ਕਿਸੇ ਨੂੰ ਅੱਗੇ ਲੰਘਣ ਦਿਓ, ਬਸ ਗੱਲ ਖਤਮ ਹੋ ਗਈ।
ਹਾਂ ਜੇ ਨਹੀਂ, ਜੇ ਹਉਮੈ ਆਪਾਂ ਜਿਹੜੇ ਹੈਗੇ, ਜੇ ਹਉਮੈ ਦੇ ਵਿੱਚ ਹੀ ਰਹੇ, ਨਿਮਰਤਾ ਨਹੀਂ ਲਈ, ਤੇ ਫਿਰ ਪਤਾ ਕੀ ਹੋਣਾ ਗੋਰਖੀ ਸਾਹਿਬ, ਫਿਰ ਆਪਾਂ ਨੇ ਜਿਹੜਾ ਹਉਮੈ ਦੇ ਜਿਹੜਾ ਹੈਗਾ ਉੱਥੇ ਪੇਚਾ ਪਾ ਲੈਣਾ, ਉੱਥੇ ਜਣੇ ਖਣੇ ਦੇ ਨਾਲ ਹਰੇਕ ਦੇ ਨਾਲ ਪੇਚਾ ਪਾਊਗਾ ਫਿਰ ਤੁਹਾਡਾ। ਫਿਰ ਭਗਤੀ ਦੀ ਜਗ੍ਹਾ 'ਤੇ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਆਹ ਕੰਮ ਹੋਣਾ ਹੈ। ਫਿਰ ਇੱਕ ਪਾਸੇ ਹੀ ਸਵਾਸ ਤਾਂ ਇੱਕ ਪਾਸੇ ਹੀ ਲੱਗਣੇ ਆ, ਚਾਹੇ ਇੱਧਰ ਲਾ ਲਓ ਚਾਹੇ ਉੱਧਰ ਲਾ ਲਓ। ਹਾਂਜੀ ਵੀਰ। ਉਹ ਕਹਿੰਦੇ ਘਾਹ ਬਣ ਜਾਓ, ਘਾਹ ਬਣੋਗੇ ਤੇ ਕੀ ਆ, ਉਹ ਕਹਿੰਦਾ ਤੂਫਾਨ ਆਉਂਦਾ ਤੇ ਥੱਲੇ ਝੁਕ ਜਾਂਦੇ ਆ, ਬਸ ਤੂਫਾਨ ਲੰਘ ਗਿਆ ਤੇ ਫਿਰ ਖੜਿਆ ਹੋ ਜਾਂਦਾ ਘਾਹ ਨੂੰ ਕੀ ਫਰਕ ਪੈਂਦਾ। ਹਾਂ, ਘਾਹ ਬਣਨ ਦੇ ਨਾਲ ਸਵਾਸ ਆਪਣੇ ਬਚ ਜਾਂਦੇ ਆ, ਉਹ ਭਗਤੀ 'ਚ ਲੱਗ ਸਕਦੇ ਆ, ਨਹੀਂ ਤਾਂ ਸਵਾਸ ਹੀ ਤਾਂ ਹੈਗੇ ਸਾਡੇ ਕੋਲ, ਉਹ ਉੱਧਰ ਲੱਗਣੇ ਆ, ਇੱਧਰ ਤਾਂ ਲੱਗਣੇ ਹੀ ਨਹੀਂ। ਹਾਂਜੀ ਵੀਰ ਜੀ, ਸਹੀ ਆ। ਤੋ ਸਾਧ ਸੰਗਤ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ। ਅੱਜ ਬਹੁਤ ਕਮਾਲ ਦੀ ਵਿਚਾਰ ਹੈ ਗੋਰਖੀ ਸਾਹਿਬ, ਬਿਲਕੁਲ ਜਿਹੜਾ ਹੈਗਾ ਨਾ ਰੋਂਗਟੇ ਖੜੇ ਕਰਨ ਵਾਲੀ ਵਿਚਾਰ ਆ। ਹਾਂਜੀ, ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਮੇਹਰ ਕਰੋ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਅੱਗੇ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ ਮੇਰੇ ਮਾਲਿਕ। ਕਾਰੋਬਾਰ 'ਚ ਵਾਧੇ ਪਾਉਣੇ। ਮੇਰੇ ਪਿਤਾ ਦੋ ਅਰਦਾਸਾਂ ਹੋਈਆਂ ਨੇ। ਇੱਕ ਤੇ ਮਾਤਾ ਅਰਦਾਸ ਕਰਾਉਂਦੀ ਹੈ ਕਿ ਆਪਣੀ ਧੀ ਦੇ ਆਨੰਦ ਕਾਰਜ ਲਈ। ਇੱਕ ਮੇਰੇ ਪਿਤਾ ਉਹਨਾਂ ਦਾ ਇੱਕ ਕਾਰਜ ਚਾਹੁੰਦੇ ਕੋਈ ਸਫਲਤਾ ਦੇ ਨਾਲ ਪੂਰਾ ਹੋ ਜੇ। ਇੱਕ ਅਰਦਾਸ ਮੇਰੇ ਪਿਤਾ ਹੋ ਰਿਹਾ, ਇੱਕ ਗੁਰਮੁਖ ਆਪਣੀ ਅਰਦਾਸ ਕਰਾਉਂਦੇ ਨੇ, ਕਹਿੰਦੇ ਸਾਧਨਾ ਕਰਨ ਲੱਗਿਆ ਜੇਕਰ ਕੋਈ ਰੁਕਾਵਟ ਆਉਂਦੀ ਹੈ ਤੇ ਦੂਰ ਹੋਵੇ, ਸਰੀਰ ਤੰਦਰੁਸਤ ਹੋਵੇ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ